ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਸੋ ਅੱਜ ਅਸੀਂ ਲੇਟੈਸਟ ਅਪਡੇਟਸ ਔਰ ਪੂਰੀ ਉਹ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜਿਸ ਦੇ ਲਈ ਸਟੂਡੈਂਟਸ ਕਾਫੀ ਟਾਈਮ ਤੋਂ ਇੰਤਜ਼ਾਰ ਵੀ ਕਰ ਰਹੇ ਹੁੰਦੇ ਨੇ, ਕਿਉਂਕਿ ਫਰੈਸ਼ ਸਟੂਡੈਂਟਸ ਦੀ ਜੇਕਰ ਅਸੀਂ ਗੱਲ ਕਰੀਏ ਹੁਣ +2 ਤੋਂ ਬਾਅਦ ਕਿੰਨੀਆਂ ਕੋ ਆਪਸ਼ਨਸ ਉਹਨਾਂ ਦੇ ਲਈ ਨੇ, ਕਿੱਥੇ ਅਪਲਾਈ ਕਰਕੇ ਉਹ ਵਧੀਆ ਢੰਗ ਨਾਲ ਆਪਣਾ ਫਿਊਚਰ ਜੋ ਹੈ ਸਿਕਿਉਰ ਕਰ ਸਕਦੇ ਨੇ। ਸਾਰੀ ਇਨਫੋਰਮੇਸ਼ਨ ਸ਼ੋ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰਨਗੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਡਾਇਰੈਕਟਰ ਮਿਸਟਰ ਜਸਮੀਤ ਭਾਟੀਆ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਜ਼ਰੂਰ ਮੈਂ ਅੱਜ ਗੱਲ ਕਰਨਾ ਚਾਹੂੰਗੀ, ਪਹਿਲਾਂ ਆਪਾਂ ਕੈਨੇਡਾ ਤੋਂ ਹੀ ਸ਼ੁਰੂਆਤ ਕਰੀਏ ਕਿਉਂਕਿ ਸਟੂਡੈਂਟਸ ਦੀ ਹਮੇਸ਼ਾ ਫਸਟ ਚੁਆਇਸ ਕੈਨੇਡਾ ਹੀ ਹੁੰਦੀ ਹੈ। ਪਰ ਆਪਾਂ ਹੁਣ ਜਿਵੇਂ ਗੱਲ ਕਰੀਏ, ਬਹੁਤ ਸਾਰੀਆਂ ਖਬਰਾਂ ਸੁਣਨ ਨੂੰ ਆਉਂਦੀਆਂ ਕਿ ਸ਼ਾਇਦ ਕੈਨੇਡਾ ਥੋੜਾ ਸਟ੍ਰਿਕਟ ਹੋ ਰਿਹਾ। ਇਸ ਦੇ ਉੱਪਰ ਤੁਸੀਂ ਕੀ ਕਹੋਗੇ, ਕਿਉਂਕਿ ਜਿਹੜੇ ਹੁਣ ਫਰੈਸ਼ ਸਟੂਡੈਂਟਸ ਨੇ ਉਹਨਾਂ ਦੇ ਬਹੁਤ ਸਾਰੇ ਸਵਾਲ ਇਸ ਨੂੰ ਲੈ ਕੇ ਹੈ। ਸੋ ਪਹਿਲੀ ਗੱਲ ਤਾਂ ਮੈਂ ਕਹਾਂਗਾ ਕਿ ਅਫਵਾਹ ਹੈ, ਠੀਕ ਹੈ। ਦੋ ਤਿੰਨ ਅਫਵਾਹਾਂ ਹੈ ਮਾਰਕੀਟ 'ਚ। ਇੱਕ ਤਾਂ ਕੈਨੇਡਾ ਸਟ੍ਰਿਕਟ ਹੋ ਰਿਹਾ, ਦੂਜੀ ਅਫਵਾਹ ਇਹ ਹੈ ਕਿ ਕੈਨੇਡਾ 'ਚ ਕੰਮ ਨਹੀਂ ਹੈਗਾ, ਤੀਜੀ ਅਫਵਾਹ ਹੈ ਕਿ ਇਸ ਟਾਈਮ ਕੈਨੇਡਾ ਰਿਫਿਊਜ਼ਲ ਬਹੁਤ ਦੇ ਰਿਹਾ। ਸੋ ਮੈਂ ਕਹਿਣਾ ਚਾਹਾਂਗਾ ਸਾਰਿਆਂ ਨੂੰ ਕਿ ਇਹ ਤਿੰਨੋਂ ਹੀ ਗੱਲਾਂ ਗਲਤ ਹੈ ਔਰ ਲੈਂਡਮਾਰਕ ਇਮੀਗ੍ਰੇਸ਼ਨ ਦੇ 600+ ਵੀਜ਼ਾਸ ਮਈ ਇਨਟੇਕ ਦੇ ਲੱਗ ਚੁੱਕੇ ਨੇ ਹੁਣ ਤੱਕ, ਔਰ ਫॉर ਸਪਟੈਂਬਰ 23 ਦੇ ਸਾਡੇ ਕੋਲ 300+ ਵੀਜ਼ਾਸ ਆਲਰੇਡੀ ਆ ਚੁੱਕੇ ਨੇ। ਸੋ ਪਹਿਲੀ ਗੱਲ ਤਾਂ ਜੇ ਵੀਜ਼ਾ ਦੀ ਗੱਲ ਕਰੀਏ ਤਾਂ ਇੰਨੇ ਜ਼ਿਆਦਾ ਵੀਜ਼ੇ ਮੈਨੂੰ ਲੱਗਦਾ ਨਹੀਂ ਹੈ ਕਿ ਕੈਨੇਡਾ ਨੇ ਪਹਿਲਾਂ ਵੀ ਕਦੇ ਦਿੱਤੇ ਹੋਣੇ ਆ, ਔਰ ਇਸ ਸਾਲ ਲੱਗਦਾ ਕਿ ਕੈਨੇਡਾ ਆਪਣੇ ਰਿਕਾਰਡ ਤੋੜਨ ਵਾਲਾ। ਸੋ ਜਿੰਨੇ ਪੋਜ਼ਿਟਿਵਿਟੀ ਨਾਲ ਵੀਜ਼ੇ ਦੇ ਰਹੇ ਆ। ਸੋ ਸਟ੍ਰਿਕਟ ਦੀ ਗੱਲ ਕਹੀਏ ਤਾਂ ਯੈਸ ਕਿ 6 ਈਚ ਵਾਲੀ ਪ੍ਰੋਫਾਈਲ ਹੀ ਅਪਲਾਈ ਕਰੇ। ਪਹਿਲਾਂ ਵੀ ਇਹ ਸਾਲ ਡੇਢ ਸਾਲ ਤੋਂ ਹੋ ਚੁੱਕਿਆ ਕਿ ਪਹਿਲਾਂ ਵੀ ਕੈਨੇਡਾ 2 'ਚ 5.5 ਬੈਂਡ, 1 'ਚ 5.5 ਬੈਂਡ ਵਾਲੇ ਨੂੰ ਵੀਜ਼ਾ ਨਹੀਂ ਦੇ ਰਿਹਾ ਸੀ। ਸੋ ਹੁਣ ਵੀ ਨਹੀਂ ਦੇ ਰਿਹਾ, ਉਹ ਤਾਂ ਸੇਮ ਹੀ ਚੀਜ਼ ਹੈ। SDS ਨੂੰ ਲਾਂਚ ਹੋਏ 2019 'ਚ ਲਾਂਚ ਹੋਇਆ ਸੀ SDS। ਸੋ ਜਦੋਂ 2019 'ਚ ਲਾਂਚ ਹੋਇਆ ਸੀ SDS ਤਾਂ ਤਦੋਂ ਤੋਂ ਹੀ ਹੌਲੀ ਹੌਲੀ ਜਿਹੜੇ 5.5 ਬੈਂਡ ਵਾਲੇ ਬੱਚੇ ਸੀ ਉਹਨਾਂ 'ਤੇ ਸਟ੍ਰਿਕਨੈਸ ਵਧਣੀ ਸ਼ੁਰੂ ਹੋ ਗਈ ਸੀ। ਸੋ 1 'ਚ 5.5, 2 'ਚ 5.5 ਬੈਂਡ ਦੀ ਹੱਲੇ ਵੀ ਕੀ ਕਹਿੰਦੇ ਆ ਹੁਣ ਕੋਈ ਚਾਂਸ ਨਹੀਂ ਹੈਗਾ। ਮੈਨੂੰ ਲੱਗਦਾ ਕਿ ਤੁਸੀਂ ਚਾਂਸ ਵੀ ਨਾ ਲਓ। ਆਲਦੋ ਕੁਝ ਸਰਕਾਰੀ ਕਾਲਜ 1 'ਚ 5.5 ਐਕਸੈਪਟ ਕਰ ਰਹੇ ਨੇ, ਬਟ ਮੈਂ ਸਟੂਡੈਂਟਸ ਨੂੰ ਐਡਵਾਈਜ਼ ਕਰਾਂਗਾ ਕਿ ਤੁਸੀਂ 1 'ਚ 5.5 ਬੈਂਡ 'ਤੇ ਅਪਲਾਈ ਨਾ ਕਰੋ। ਹੋਰ ਇਸ ਤੋਂ ਬਾਅਦ ਗੱਲ ਕਰੀਏ ਕੰਮ ਦੀ, ਕਿਉਂਕਿ ਇੱਕ ਬਹੁਤ ਵੱਡੀ ਅਫਵਾਹ ਹੈ ਹਰਜੋਤ ਇੱਕ ਮਾਰਕੀਟ 'ਚ ਕਿ ਕੈਨੇਡਾ 'ਚ ਕੰਮ ਨਹੀਂ ਹੈਗਾ। ਸੋ ਦੇਖੋ ਇੱਦਾਂ ਤਾਂ ਇੰਡੀਆ 'ਚ ਵੀ ਲੋਕੀ ਕਹਿੰਦੇ ਕੰਮ ਨਹੀਂ ਹੈਗਾ, ਪਰ ਅਸੀਂ ਵੀ ਜੇ ਅੱਛੇ ਇੰਪਲੋਈ ਲੱਭਣ ਜਾਈਏ ਨਾ ਤਾਂ ਸਾਡੇ ਕੋਲ ਵੀ ਇੰਪਲੋਈ ਲੱਭਦੇ ਨਹੀਂ ਹੈ। ਸੋ ਕੰਮ ਉਹਨਾਂ ਲਈ ਨਹੀਂ ਹੈਗਾ ਜਿਹੜੇ ਕੰਮ ਕਰਨਾ ਨਹੀਂ ਚਾਹੁੰਦੇ। ਨਹੀਂ ਤਾਂ ਮੈਂ ਜਦੋਂ ਲਾਸਟ ਵਿਜ਼ਿਟ ਮੇਰੀ ਦਸੰਬਰ 'ਚ ਕੈਨੇਡਾ ਦੀ ਰਹੀ ਹੈ ਤਾਂ ਇੱਕ ਸਟੂਡੈਂਟ ਕੋਲ 2-3 ਆਪਸ਼ਨ ਸੀ, ਇੱਕ ਪੀਜ਼ਾ ਹਟ, ਇੱਕ ਮੈਕਡੋਨਲਡਸ, ਇੱਕ ਕਾਫੀ ਸ਼ਾਪ ਕੋਈ, ਸੋ A&W। ਸੋ 3 ਆਫਰਾਂ ਚੱਕੀ ਫਿਰਦਾ ਸੀ ਬੱਚਾ। ਡਿਸਾਈਡ ਇਹ ਕਰ ਰਿਹਾ ਸੀ ਕਿ ਮੈਂ ਤਿੰਨਾਂ 'ਚੋਂ ਕਿੱਥੇ ਕੰਮ ਕਰਾਂ, ਕਿਹੜਾ ਮੈਨੂੰ ਬੈਟਰ ਸੈਲਰੀ ਦੇਗਾ, ਕਿਹੜਾ ਮੈਨੂੰ ਬੈਟਰ ਪਰਕਸ ਦੇਗਾ। ਸੋ ਸਟੂਡੈਂਟਸ ਤਾਂ ਇੱਥੇ ਡਿਸਾਈਡ ਕਰ ਰਹੇ ਨੇ ਕਿ ਬੈਟਰ ਪਰਕਸ ਦੇਗਾ। ਜੇ ਕੰਮ ਨਾ ਹੁੰਦਾ ਤਾਂ ਕੈਨੇਡਾ ਫੁੱਲ ਟਾਈਮ ਵਰਕ ਅਲਾਓ ਕਿਉਂ ਕਰਦਾ ਬੱਚੇ ਨੂੰ। ਸੋ ਪਹਿਲੀ ਮੁੱਦਾ ਤਾਂ ਇਹ ਹੈ ਕਿ ਫੁੱਲ ਟਾਈਮ ਵਰਕ ਅਲਾਓ ਇਸੇ ਲਈ ਕੀਤਾ ਗਿਆ ਕਿ ਸਟੂਡੈਂਟ ਜ਼ਿਆਦਾ ਕੰਮ ਕਰ ਸਕਣ, ਔਰ ਲੇਬਰ ਸ਼ਾਰਟੇਜ ਹੈ। ਸੋ ਪੂਰੇ ਦੁਨੀਆ ਵਿੱਚ ਅੱਜ ਦੀ ਡੇਟ 'ਚ ਐਕਸਟ੍ਰੀਮ ਲੇਬਰ ਸ਼ਾਰਟੇਜ ਹੈ। ਯੂਰਪ 'ਚ ਲੇਬਰ ਸ਼ਾਰਟੇਜ ਹੈ, USA 'ਚ ਲੇਬਰ ਸ਼ਾਰਟੇਜ ਹੈ, ਆਸਟ੍ਰੇਲੀਆ 'ਚ ਲੇਬਰ ਸ਼ਾਰਟੇਜ ਹੈ, ਨਿਊਜ਼ੀਲੈਂਡ 'ਚ ਲੇਬਰ ਸ਼ਾਰਟੇਜ ਹੈ, ਔਰ ਕੈਨੇਡਾ 'ਚ ਵੀ ਲੇਬਰ ਸ਼ਾਰਟੇਜ ਹੈਗੀ ਹੈ। ਸੋ ਸਟੂਡੈਂਟਸ ਬਿਲਕੁਲ ਵੀ ਆਪਾਂ ਇਹ ਸੋਚ ਕੇ ਜਿਹੜੇ ਆ ਅਫਵਾਹ ਚੱਲਦੀਆਂ ਇਹਨਾਂ ਨੂੰ ਦੇਖ ਕੇ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ। ਆਪਾਂ ਆਈਲੈਟਸ ਕਰਨੀ ਹੈ ਜੇ ਕੈਨੇਡਾ ਜਾਣਾ, ਔਰ ਆਈਲੈਟਸ 'ਚ 6 ਈਚ ਲੈਣੇ ਆ। ਜੇ 6 ਈਚ ਹੈਗੇ ਆ ਤਾਂ ਵੀਜ਼ਾ ਅਸੀਂ ਲਗਵਾ ਕੇ ਦੇਵਾਂਗੇ। ਵੀਜ਼ਾ ਐਕਸਪਰਟ ਅਸੀਂ ਬੈਠੇ ਹਾਂ, 15 ਸਾਲ ਦੀ ਕੀ ਕਹਿੰਦੇ ਸਾਨੂੰ ਤਜਰਬਾ ਹੈਗਾ। ਡਿਫਿਕਲਟ ਤੋਂ ਡਿਫਿਕਲਟ ਕੇਸ ਦਾ ਹਰਜੋਤ ਅਸੀਂ ਵੀਜ਼ਾ ਅਪਰੂਵ ਕਰਵਾਇਆ। 8-8 ਵਾਰੀ ਰਿਫਿਊਜ਼ ਕੇਸ ਹੈ ਤਾਂ 9ਵੀਂ ਵਾਰੀ ਸਾਡੇ ਕੋਲ ਵੀਜ਼ਾ ਲੱਗ ਕੇ ਆਇਆ ਇਹੋ ਜਿਹੇ ਬੱਚਿਆਂ ਦਾ। ਔਰ 5-6 ਵਾਰੀ ਰਿਫਿਊਜ਼ਲ ਵਾਲੇ ਤਾਂ ਪਤਾ ਨਹੀਂ ਐਤਕੀ ਬਹੁਤ ਸਾਰੇ ਬੱਚੇ ਆ ਗਏ, 50-60 ਹੀ ਹੋਣੇ ਇਹੋ ਜਿਹੇ ਜਿਨ੍ਹਾਂ ਦੇ ਬਹੁਤ ਰਿਫਿਊਜ਼ਲ ਸੀ ਪ੍ਰਾਈਵੇਟ ਕਾਲਜਾਂ 'ਚੋਂ, ਤਾਂ ਜਿਹੜੇ ਮਿਸਗਾਈਡ ਹੋਏ ਫਿਰਦੇ ਸੀ ਤਾਂ ਉਹਨਾਂ ਦੇ ਬਹੁਤ ਸਾਰੇ ਜਿਹੜੇ ਵੀਜ਼ਾਸ ਹੈਗੇ ਆ ਲੈਂਡਮਾਰਕ ਇਮੀਗ੍ਰੇਸ਼ਨ ਨੇ ਪ੍ਰੋਸੈਸ ਕਰਾਏ। ਸਾਨੂੰ 16 ਸਾਲ ਦਾ ਤਜਰਬਾ ਇਸ ਫੀਲਡ 'ਚ ਹੈਗਾ 2007 ਤੋਂ, ਔਰ ਜਿੱਦਣ ਤੋਂ ਅਸੀਂ ਓਪਨ ਕੀਤਾ ਸੀ ਇਹੀ ਵਿਜ਼ਨ ਸੀ ਕਿ ਸਟੂਡੈਂਟਸ ਨੂੰ ਆਪਾਂ ਸਹੀ ਤਰੀਕੇ ਗਾਈਡ ਕਰਨਾ। ਬਿਲਕੁਲ ਤੇ ਇੰਨੇ ਸਾਲਾਂ ਤੋਂ ਸਟੂਡੈਂਟਸ ਨੂੰ ਵਧੀਆ ਗਾਈਡ ਕਰਦੇ ਆ ਰਹੇ ਨੇ। ਸਟੂਡੈਂਟ ਵੀ ਇਹਨਾਂ ਦੇ ਉੱਪਰ ਭਰੋਸਾ ਕਰਕੇ ਉਸ ਰਾਹ 'ਤੇ ਤੁਰਦੇ ਨੇ ਤੇ ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਆਪਣਾ ਫਿਊਚਰ ਜੋ ਹੈ ਸਿਕਿਉਰ ਵੀ ਕੀਤਾ। ਤੁਸੀਂ ਆਇਲਸ ਨੂੰ ਲੈ ਕੇ ਕਲੈਰਿਟੀ ਦਿੱਤੀ ਹੈ, PT ਵਾਲਿਆਂ ਨੂੰ ਵੀ ਜ਼ਰੂਰ ਗਾਈਡ ਕਰੋ ਕਿ ਉਹਨਾਂ ਨੂੰ PT ਦੇ ਨਾਲ ਕਿੰਨੇ ਸਕੋਰ ਦੇ ਨਾਲ ਕੈਨੇਡਾ ਅਪਲਾਈ ਕਰਨਾ ਚਾਹੀਦਾ ਹੈ। ਸੋ PT ਵਾਲਿਆਂ ਲਈ ਵੀ ਖੁਸ਼ਖਬਰੀ ਹੈ ਕਿ ਲਾਸਟ 15 ਦਿਨਾਂ 'ਚ PT ਨੂੰ ਲੈ ਕੇ ਕੈਨੇਡਾ ਦਾ ਰੁਝਾਨ ਬੜਾ ਪੋਜ਼ਿਟਿਵ ਹੈ। ਮੇਰੇ ਕੋਲ 15 ਦਿਨਾਂ 'ਚ 15 ਵੀਜ਼ਾ ਹੈ, ਡੇਲੀ ਵੀਜ਼ਾ ਆ ਰਿਹਾ ਮੇਰੇ ਕੋਲ PT ਤੇ। ਪਰ ਜਿਹੜਾ PT ਦਾ ਸਕੋਰ ਹੈ ਉਹ 58 ਐਂਡ ਅਬਵ ਚਾਹੀਦਾ। ਅੱਜ ਵੀ ਵੀਜ਼ਾ ਆਇਆ PT 62 ਤੇ, ਕੱਲ ਵੀ ਵੀਜ਼ਾ ਆਇਆ ਸੀ PT 59 ਤੇ, ਔਰ ਇੱਕ ਦਿਨ ਪਹਿਲਾਂ ਫਰਾਈਡੇ ਨੂੰ ਵੀ ਵੀਜ਼ਾ ਆਇਆ ਸੀ PT 61 ਤੇ। ਸੋ ਡੇਲੀ PT ਤੇ ਵੀਜ਼ਾਸ ਆ ਰਹੇ ਨੇ।
ਡੇਲੀ ਬੇਸਿਸ ਤੇ PTE ਤੇ ਵੀਜ਼ਾਸ ਆ ਰਹੇ ਨੇ, ਬਟ ਉਹਦੇ 'ਚ ਕੁਝ ਚੀਜ਼ਾਂ ਧਿਆਨ ਦੀਆਂ ਰੱਖਣੀਆਂ ਕਿ ਆਪਣੇ 50 ਤੋਂ ਥੱਲੇ ਨਾ ਹੋਣ ਐਕੈਡੈਮਿਕ ਸਕੋਰ। ਈਚ ਸਬਜੈਕਟ 'ਚ 50 ਹੋਣੇ ਜ਼ਰੂਰੀ ਹੈ। ਜੇ ਗ੍ਰੈਜੂਏਟ ਹੋ ਤਾਂ 55% ਹੋਣ ਓਵਰਆਲ ਜੇ ਤੁਸੀਂ PTE ਤੇ ਅਪਲਾਈ ਕਰਨਾ, ਔਰ PTE ਦਾ ਸਕੋਰ 58 ਹੋਵੇ। ਜਿੰਨਾ ਜ਼ਿਆਦਾ PTE ਦਾ ਸਕੋਰ ਹੋਏਗਾ ਉਨਾ ਬੈਟਰ ਹੈ। ਜੇ ਰਿਫਿਊਜ਼ਲ ਆ ਗਈ, ਸਪੋਜ਼ ਹੁਣ ਆਪਾਂ ਕਹਿੰਦੇ ਹਾਂ ਕਿ PTE ਤੇ ਰਿਫਿਊਜ਼ਲ ਆ ਗਈ, ਤਾਂ 6 ਈਚ ਵਾਲੇ ਨੂੰ ਰਿਫਿਊਜ਼ਲ ਨਹੀਂ ਆਉਂਦੀ। ਜੇ ਆਪਾਂ ਕਹੀਏ ਕਿ PTE ਤੇ ਮੇਰੀ ਰਿਫਿਊਜ਼ਲ ਆ ਗਈ, ਤਾਂ ਬੇਟਾ 6 ਈਚ ਵਾਲਿਆਂ ਨੂੰ ਵੀ ਰਿਫਿਊਜ਼ਲ ਬਹੁਤ ਆਉਂਦੀ ਹੈ। ਸੋ PTE ਵਾਲੇ ਬੱਚਿਆਂ ਲਈ ਗੱਲ ਕਰ ਰਹੇ ਹਾਂ ਕਿ 6 ਈਚ ਤੇ ਵੀ ਰਿਫਿਊਜ਼ਲ ਆਉਂਦੀ ਹੈ। ਮੇਰੇ ਕੋਲ ਇਦਾਂ ਦੇ ਬੱਚੇ ਆਉਂਦੇ ਜਿਨ੍ਹਾਂ ਦੇ 7 ਬੈਂਡ ਹੁੰਦੇ ਹਨ, 3-3 ਰਿਫਿਊਜ਼ਲਾਂ ਲਈ ਫਿਰਦੇ ਆ। ਸੋ PTE ਵਾਲੇ ਨੂੰ ਜੇ ਰਿਫਿਊਜ਼ਲ ਆ ਗਈ, 1 ਆ ਗਈ, 2 ਆ ਗਈ, ਤਾਂ ਕੋਈ ਵੱਡੀ ਗੱਲ ਨਹੀਂ ਹੈਗੀ, ਰੀਫਾਈਲਿੰਗ ਕਰੀਏ ਆਪਾਂ। ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਤੁਹਾਡੀ ਰਿਫਿਊਜ਼ਲ ਆ ਗਈ, PTE ਦਾ ਸਕੋਰ ਚੰਗਾ ਸੀ, ਪਰਸੈਂਟੇਜ ਚੰਗੀ ਸੀ, ਤੇ ਆਪਾਂ ਨਿਰਾਸ਼ ਕਿਉਂ ਹੋ ਰਹੇ ਹਾਂ? 6 ਈਚ ਵਾਲੇ ਨੂੰ ਵੀ ਰਿਫਿਊਜ਼ਲ ਆ ਜਾਂਦੀ ਹੈ। ਜੇ ਸਹੀ ਢੰਗ ਨਾਲ ਫਾਈਲਿੰਗ ਨਹੀਂ ਹੋਏਗੀ ਤਾਂ ਰਿਫਿਊਜ਼ਲ ਕਿਸੇ ਨੂੰ ਵੀ ਆ ਸਕਦੀ ਹੈ। ਸੋ PTE ਬੇਸ ਤੇ ਵੀ ਰਿਫਿਊਜ਼ਲ ਆ ਸਕਦੀ ਹੈ, ਆਇਲਟਸ ਬੇਸ ਤੇ ਵੀ ਰਿਫਿਊਜ਼ਲ ਆ ਸਕਦੀ ਹੈ, ਪਰ ਦੇਖਣਾ ਇਹ ਹੈ ਕਿ ਤੁਹਾਡੀ ਫਾਈਲ ਕਿੱਦਾਂ ਲੱਗੀ ਹੈ। ਸੋ ਸਰਕਾਰੀ ਕਾਲਜ 'ਚ ਅਪਲਾਈ ਕੀਤਾ PTE ਤੇ, ਕੋਰਸ ਰੈਲੀਵੈਂਟ ਲਿਆ, ਫਾਰਮ ਸਹੀ ਭਰੇ ਆ, ਜੇ ਸਾਰੀਆਂ ਚੀਜ਼ਾਂ ਸਹੀ ਹੈਗੀਆਂ ਤਾਂ ਵੀਜ਼ਾ ਮਿਲਣ ਦੇ ਪੂਰੇ ਚਾਂਸਸ ਹੈਗੇ ਆ। ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ। ਬਾਕੀ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ, ਤੁਹਾਡੇ ਆਪਣੇ ਕੋਈ ਅਗਰ ਡਾਊਟਸ ਵੀ ਨੇ ਤਾਂ ਨੰਬਰ ਅਸੀਂ ਜੋ ਡਿਸਪਲੇ ਕੀਤਾ ਇਸ ਦੇ ਉੱਪਰ ਤੁਸੀਂ ਕਾਲ ਕਰੋ, ਲੈਂਡਮਾਰਕ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਕਰੋ ਤਾਂ ਕਿ ਕਿਤੇ ਦੇਰੀ ਨਾ ਹੋ ਜਾਏ। ਤੇ ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹੂੰਗੀ ਕਿ ਜੇਕਰ ਹੁਣ ਜਿਵੇਂ ਆਪਾਂ ਦੇਖੀਏ ਕਿ ਫਾਈਲਿੰਗ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਹੈ ਸਪਟੈਂਬਰ ਇਨਟੇਕ ਦੇ ਲਈ, ਕਿੰਨਾ ਕੁ ਰਸ਼ ਨਜ਼ਰ ਆ ਰਿਹਾ ਔਰ ਕਿੰਨੀ ਜਲਦੀ ਸੀਟ ਜੋ ਹੈ ਫਿਲ ਹੁੰਦੀਆਂ ਜਾ ਰਹੀਆਂ, ਤਾਂ ਕਿ ਸਟੂਡੈਂਟਸ ਆਪਣਾ ਪ੍ਰੋਸੈਸ ਟਾਈਮਲੀ ਸ਼ੁਰੂ ਕਰਵਾਉਣ। ਜਿਹੜੇ ਹਲੇ ਆਪਣੇ ਰਿਜ਼ਲਟ ਦੀ ਵੀ ਵੇਟ ਕਰ ਰਹੇ ਨੇ ਉਹ ਕਿਵੇਂ ਅੱਗੇ ਵਧਣ। ਸੋ ਪਹਿਲੀ ਗੱਲ ਤੁਸੀਂ ਸਪਟੈਂਬਰ ਇਨਟੇਕ ਛੋੜਿਆ, ਸਪਟੈਂਬਰ ਇਨਟੇਕ ਲੈਂਪਟਨ ਕਾਲਜ ਕਲੋਜ਼ ਹੋ ਚੁੱਕਿਆ, ਲਾਇਲਿਸ਼ ਕਾਲਜ ਟੋਰਾਂਟੋ ਕਲੋਜ਼ ਹੋ ਚੁੱਕਿਆ, ਲਾਇਲਿਸ਼ ਕਾਲਜ ਬੈਲਵਿਲ ਕਲੋਜ਼ ਹੋ ਚੁੱਕਿਆ, KPU ਕਲੋਜ਼ ਹੋ ਚੁੱਕਿਆ, ਬਾਓ ਵੈਲੀ ਕਾਲਜ ਕਲੋਜ਼ ਹੋ ਚੁੱਕਿਆ। ਬਹੁਤ ਸਾਰੇ ਇਦਾਂ ਦੇ ਕਾਲਜਸ ਹੈਗੇ, ਕੋਰਸਿਸ ਹੈ ਜਿਹੜੇ ਸਪਟੈਂਬਰ ਇਨਟੇਕ ਸਪਟੈਂਬਰ 23 ਕਲੋਜ਼ ਹੋ ਚੁੱਕੇ ਆ। ਟੋਰਾਂਟੋ ਵਿੱਚ ਸਪਟੈਂਬਰ ਇਨਟੇਕ ਦੀ ਜੇ ਤੁਸੀਂ ਸੀਟ ਕਹੋ ਤਾਂ ਬਹੁਤ ਹੀ ਰੇਅਰ ਮਿਲਣੀ ਹੈ, ਬਟ ਹੱਲੇ ਵੀ ਕੁਝ ਸੀਟਾਂ ਅਵੇਲੇਬਲ ਹੈਗੀਆਂ। ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ, ਬਿਕੋਜ਼ ਲੈਂਡਮਾਰਕ ਇਮੀਗ੍ਰੇਸ਼ਨ ਮੋਸਟਲੀ ਡਾਇਰੈਕਟਲੀ ਰਿਪਰੈਜ਼ੈਂਟੇਸ਼ਨ ਕਰਦਾ, 90% ਤੋਂ ਵੀ ਜ਼ਿਆਦਾ ਸਾਡੀ ਰਿਪਰੈਜ਼ੈਂਟੇਸ਼ਨ ਹੈਗੀ ਹੈ ਕੈਨੇਡਾ ਵਿੱਚ। ਸੋ ਤੁਸੀਂ ਕੰਟੈਕਟ ਕਰੋ, ਜੇ ਤੁਹਾਨੂੰ ਸੀਟ ਚਾਹੀਦੀ ਹੈਗੀ ਹੈ ਤਾਂ ਇਮੀਡੀਏਟਲੀ ਕਰੋ। ਜੇ ਤੁਹਾਡੇ ਕੋਲ ਆਈਲੈਟਸ ਹੈਗਾ ਤਾਂ ਇਮੀਡੀਏਟਲੀ ਆਪਣੀ ਆਫਰ ਲੈਟਰ ਆਪਾਂ ਅਪਲਾਈ ਕਰੀਏ, ਔਰ ਅਪਲਾਈ ਕਰਕੇ ਅਸੀਂ ਫੀਸ ਪੇ ਕਰੀਏ, ਕਿਸੇ ਚੀਜ਼ ਦੀ ਦੇਰੀ ਨਾ ਕਰੀਏ। ਸੋ ਸਪਟੈਂਬਰ ਇਨਟੇਕ 'ਚ ਹੱਲੇ ਵੀ ਕੁਝ ਸੀਟਸ ਅਵੇਲੇਬਲ ਹੈ, ਜਿਵੇਂ ਨਾਇਗਰਾ ਕਾਲਜ 'ਚ ਕੁਝ ਸੀਟਸ ਅਵੇਲੇਬਲ ਹੈਗੀਆਂ। ਸੋ ਯੂਨੀਵਰਸਿਟੀ ਕੈਨੇਡਾ ਵੈਸਟ ਅਵੇਲੇਬਲ ਹੈਗੀ ਹੈ, ਸੈਨਿਕਾ ਕਾਲਜ 'ਚ ਕੁਝ ਸੀਟਸ ਅਵੇਲੇਬਲ ਹੈਗੀਆਂ। ਸੋ ਕੁਝ ਸੀਟਸ ਹੱਲੇ ਵੀ ਸਪਟੈਂਬਰ ਜੇ ਅਸੀਂ ਗੱਲ ਕਰੀਏ ਤਾਂ 23 'ਚ ਅਵੇਲੇਬਲ ਹੈਗੀਆਂ। ਨਾਰਦਰਨ ਕਾਲਜ ਓਪਨ ਹੈ, ਸੂ ਕਾਲਜ ਓਪਨ ਹੈ, ਕੈਂਬਰੀਅਨ ਕਾਲਜ ਓਪਨ ਹੈ, ਨਾਰਕਵੈਸਟ ਕਾਲਜ ਓਪਨ ਹੈ, ਲੈਥਬ੍ਰਿਜ ਕਾਲਜ ਓਪਨ ਹੈ, ਕਿਆਨੋ ਕਾਲਜ ਓਪਨ ਹੈ, ਨਿਊ ਬਰੁੰਸਵਿਕ ਕਮਿਊਨਿਟੀ ਕਾਲਜ ਦੇ ਕੁਝ ਕੋਰਸਿਸ ਓਪਨ ਹੈਗੇ ਆ, ਪ੍ਰੋਵੀਡੈਂਸ ਯੂਨੀਵਰਸਿਟੀ ਓਪਨ ਹੈ। ਸੋ ਲਿਸਟ ਬੜੀ ਲੰਬੀ ਹੈ। ਸੋ ਕਾਫੀ ਸਾਰੇ ਕੋਰਸਿਸ ਹੱਲੇ ਓਪਨ ਹੈਗੇ ਆ ਸਪਟੈਂਬਰ 23 ਲਈ, ਬਟ ਜਨਵਰੀ 24 ਲਈ ਵੀ ਬਹੁਤ ਸਾਰੇ ਕਾਲਜਸ ਓਪਨ ਹੋ ਚੁੱਕੇ ਨੇ। ਸੋ ਜਿਹੜੇ ਬੱਚਿਆਂ ਕੋਲ ਆਈਲੈਟਸ ਦਾ ਰਿਜ਼ਲਟ ਹੈਗਾ, ਮੈਂ ਉਹਨਾਂ ਨੂੰ ਕਹਾਂਗਾ, ਚਾਹੇ ਤੁਸੀਂ 12ਵੀਂ ਦੇ ਹੱਲੇ ਰਿਜ਼ਲਟ ਦੀ ਵੇਟ ਕਰ ਰਹੇ ਹੋ, ਸੋ ਜਿਹੜੇ ਕਾਲਜ ਕੰਡੀਸ਼ਨਲ ਆਫਰ ਲੈਟਰ ਦੇ ਰਹੇ ਆਪਾਂ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰੀਏ ਔਰ ਆਪਣੀ ਸਾਲ ਦੀ ਫੀਸ ਭਰ ਦਈਏ। ਜੀ ਬਿਲਕੁਲ। ਸੋ ਤੁਸੀਂ ਜ਼ਰੂਰ ਦੇਖੋ, ਹੌਲੀ ਹੌਲੀ ਸਮਾਂ ਲੰਘਦਾ ਜਾ ਰਿਹਾ ਹੈ। ਸੋ ਸਟੂਡੈਂਟਸ ਨੂੰ ਲੱਗਦਾ ਕਿ ਸਪਟੈਂਬਰ ਹਲੇ ਬਹੁਤ ਦੂਰ ਹੈ ਤੇ ਅਸੀਂ ਕਰ ਲਾਂਗੇ ਅਪਲਾਈ। ਸੋ ਇਸ ਦੇ ਨਾਲ ਜੇ ਤੁਸੀਂ ਟਾਈਮ ਪਾਉਂਦੇ ਹੋ, ਸੀਟਸ ਹੌਲੀ ਹੌਲੀ ਨਿਕਲਦੀਆਂ ਜਾ ਰਹੀਆਂ। ਟਾਈਮਲੀ ਜੋ ਹੈ ਪੂਰੀ ਇਨਫੋਰਮੇਸ਼ਨ ਦੇ ਨਾਲ ਜਿੱਥੇ ਤੁਸੀਂ ਐਲੀਜੀਬਲ ਹੋ ਉੱਥੇ ਅਪਲਾਈ ਕਰੋ। ਕੋਈ ਡਾਊਟ ਹੈ ਇਸ ਨੰਬਰ ਤੇ ਕਾਲ ਕਰੋ, ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਸਾਰੀ ਐਡਰੈਸ ਡਿਟੇਲ ਸਾਰੀ ਬ੍ਰਾਂਚਿਸ ਦੀ ਵੀ ਸਕਰੋਲ ਦੇ ਵਿੱਚ ਚੱਲ ਰਹੀਆਂ ਨੇ। ਟਾਈਮਲੀ ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਉਹਨਾਂ ਦੀ ਆਓ ਤੇ ਅਸੈਸਮੈਂਟ ਕਰਵਾਓ। ਸੋ ਕੀ WhatsApp ਦੇ ਜ਼ਰੀਏ ਵੀ ਡਾਕੂਮੈਂਟਸ ਤੁਹਾਨੂੰ ਸੈਂਡ ਕੀਤੇ ਜਾ ਬਿਲਕੁਲ, ਸਕਦੇ? 90413 90412 WhatsApp ਤੇ ਨੰਬਰ ਹੈ। 90413 90412 ਸਾਡਾ ਇੱਕ ਕਸਟਮਰ ਕੇਅਰ ਨੰਬਰ ਹੈਗਾ। ਜੋ ਤੁਸੀਂ ਕਾਲ ਕਰੋਗੇ ਜ਼ਰੂਰ ਸਾਡੇ ਕਾਲ ਸੈਂਟਰ 'ਚੋਂ ਤੁਹਾਨੂੰ ਕਾਲ ਆਏਗੀ ਜਾਂ ਸਾਡੀ ਐਕਸਪਰਟ ਟੀਮ ਤੁਹਾਨੂੰ ਕਾਲ ਕਰੇਗੀ। ਜੇ ਤੁਸੀਂ WhatsApp ਕਰੋਗੇ ਤਾਂ WhatsApp ਮੇਰੇ ਕੋਲ ਹੀ ਆਊਗਾ। ਸੋ ਮੈਂ ਤੁਹਾਡੇ ਡਾਕੂਮੈਂਟ ਅਸੈਸ ਕਰ ਸਕਾਂਗਾ। ਤੁਸੀਂ ਆਪਣੇ ਡਾਕੂਮੈਂਟ ਅਸੈਸ ਕਰਾਉਣ ਲਈ ਤੁਸੀਂ ਮੈਨੂੰ WhatsApp ਕਰ ਸਕਦੇ ਹੋ 90413 90412 ਤੇ। ਸੋ ਟੀਮ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@landmarkimmigration.com ਤੇ। ਔਰ ਜੇ ਤੁਹਾਡੇ ਕੋਈ ਵੀ ਡਾਊਟ ਹੈਗੇ ਆ, ਮੇਰੇ ਹਿਸਾਬ ਨਾਲ ਤਾਂ ਪੇਰੈਂਟਸ ਨੂੰ ਕਹੋ ਸਾਨੂੰ ਅਸੈਸਮੈਂਟ ਕਰਾਉਣੀ ਹੈ, ਸਾਨੂੰ ਦਫ਼ਤਰ ਲੈ ਕੇ ਚੱਲੀਏ। ਸੋ ਦਫ਼ਤਰ ਸਾਡੇ ਵੱਖ-ਵੱਖ ਲੋਕੇਸ਼ਨ ਤੇ ਹੈਗੇ ਆ। ਮੋਗਾ ਸਾਡਾ ਆਫਿਸ ਹੈ, ਬਠਿੰਡਾ ਸਾਡਾ ਆਫਿਸ ਹੈ, ਅੰਮ੍ਰਿਤਸਰ ਸਾਡਾ ਆਫਿਸ ਹੈ, ਲੁਧਿਆਣਾ, ਜਲੰਧਰ, ਚੰਡੀਗੜ੍ਹ ਸੈਕਟਰ 17, ਮੋਹਾਲੀ, ਜੀਂਦ, ਕਰਨਾਲ ਤੇ ਜੰਮੂ 'ਚ ਸਾਡਾ ਆਫਿਸ ਹੈ। ਗੁਜਰਾਤ 'ਚ ਸਾਡਾ ਆਫਿਸ ਵਡੋਦਰਾ 'ਚ ਹੈਗਾ। ਸੋ ਤੁਸੀਂ ਨੀਅਰੈਸਟ ਆਫਿਸ ਵਿਜ਼ਿਟ ਕਰਕੇ ਆਪਣੀ ਅਸੈਸਮੈਂਟ ਕਰਾਓ। ਔਰ ਆਉਣ ਵਾਲੇ ਸਮੇਂ 'ਚ ਸਾਡੇ ਸੈਮੀਨਾਰ ਹੋਣ ਜਾ ਰਹੇ ਆ। 21 ਅਪ੍ਰੈਲ ਤੋਂ ਸਾਡੇ ਸੈਮੀਨਾਰ ਹੋਣ ਜਾ ਰਹੇ ਨੇ।
ਕਰਨਾਲ 'ਚ ਹੋਟਲ ਜਿਊਸ 'ਚ 24 ਅਪ੍ਰੈਲ ਤੋਂ ਸਾਡਾ ਸੈਮੀਨਾਰ ਹੋਣ ਜਾ ਰਿਹਾ। ਮੈਰੀਅਟ ਹੋਟਲ ਚੰਡੀਗੜ੍ਹ ਵਿੱਚ ਔਰ 25 ਅਪ੍ਰੈਲ ਨੂੰ ਸਾਡਾ ਸੈਮੀਨਾਰ ਹੈਗਾ ਲੁਧਿਆਣਾ ਹੋਟਲ ਗਰੇਵਾਸ 'ਚ। 26 ਅਪ੍ਰੈਲ ਨੂੰ ਸਾਡਾ ਸੈਮੀਨਾਰ ਹੈਗਾ ਹੋਟਲ ਕਿੰਗਸ ਜਲੰਧਰ 'ਚ ਔਰ 27 ਅਪ੍ਰੈਲ ਨੂੰ ਸਾਡਾ ਸੈਮੀਨਾਰ ਹੈਗਾ ਅੰਮ੍ਰਿਤਸਰ ਹੋਟਲ HK ਕਲਾਰਕਸਨ 'ਚ। 29 ਅਪ੍ਰੈਲ ਨੂੰ ਸਾਡਾ ਸੈਮੀਨਾਰ ਹੈ ਬਠਿੰਡਾ 'ਚ ਹੋਟਲ ਸਟੈਲਾ। 30 ਅਪ੍ਰੈਲ ਨੂੰ ਸਾਡਾ ਸੈਮੀਨਾਰ ਹੈਗਾ ਪਟਿਆਲੇ। ਐਂਡ ਇਸ ਸੈਮੀਨਾਰ ਦੀ ਜਿਹੜੀ ਲੜੀ ਹੈ ਚੱਲਦੀ ਰਹੂਗੀ, ਬਿਕੋਜ਼ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਟੂਡੈਂਟਸ ਨਹੀਂ ਆ ਸਕਦੇ ਜਾਂ ਆਪਣੇ ਸਿਟੀ 'ਚ ਵਿਜ਼ਿਟ ਕਰਨਾ ਚਾਹੁੰਦੇ ਆ ਤਾਂ ਉਹਨਾਂ ਦੀ ਸਿਟੀ ਜਾ ਕੇ ਮੈਂ ਉਹਨਾਂ ਨੂੰ ਕਾਉਂਸਲਿੰਗ ਦੇ ਸਕਾਂ, ਉਹਨਾਂ ਨੂੰ ਗਾਈਡ ਕਰ ਸਕਾਂ। ਜੀ ਬਿਲਕੁਲ। ਤੇ ਤੁਸੀਂ ਸੈਮੀਨਾਰਸ ਦੀ ਗੱਲ ਕੀਤੀ ਹੈ ਤਾਂ ਫਿਰ ਕਿਹੜੀ ਕੰਟਰੀ ਤੇ ਫੋਕਸ ਕਰਕੇ ਸੈਮੀਨਾਰਸ ਆਰਗੇਨਾਈਜ਼ ਕੀਤੇ ਗਏ ਨੇ, ਜਾਂ ਫਿਰ ਸਾਰੀ ਕੰਟਰੀਜ਼ ਦੀ ਆਪਸ਼ਨ ਸਟੂਡੈਂਟਸ ਨੂੰ ਇੱਕੋ ਥਾਂ ਤੇ ਮਿਲੇਗੀ? ਬਿਲਕੁਲ ਸਾਰੇ ਕੰਟਰੀਜ਼ ਦੀ ਆਪਸ਼ਨ ਸਟੂਡੈਂਟ ਨੂੰ ਇੱਕੋ ਥਾਂ ਤੇ ਹੀ ਮਿਲੇਗੀ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਆਸਟ੍ਰੇਲੀਆ, ਚਾਹੇ ਉਹ USA ਹੈ, ਚਾਹੇ ਉਹ ਜਰਮਨੀ ਹੈ, ਚਾਹੇ ਉਹ UK ਹੈ, ਚਾਹੇ ਉਹ ਕੋਈ ਵੀ ਕੰਟਰੀ ਹੈਗਾ। ਸਾਰੇ ਕੰਟਰੀਜ਼ ਦੀ ਆਪਸ਼ਨ ਸਟੂਡੈਂਟਸ ਨੂੰ ਇੱਕੋ ਥਾਂ ਤੇ ਹੀ ਮਿਲੇਗੀ। ਸਾਰੇ ਕੰਟਰੀਜ਼ ਦੀ ਆਪਸ਼ਨ ਸਟੂਡੈਂਟਸ ਇੱਕੋ ਥਾਂ ਤੋਂ ਹੀ ਅਪਲਾਈ ਕਰ ਸਕਦੇ ਆ। ਸੋ ਸਟੂਡੈਂਟਸ ਨੂੰ ਮੈਂ ਕਹਿਣਾ ਚਾਹਾਂਗਾ ਕਿ ਮਿਸਗਾਈਡ ਹੋਣ ਦੀ ਲੋੜ ਨਹੀਂ ਹੈਗੀ, ਕੋਈ ਪ੍ਰੋਸੈਸਿੰਗ ਫੀਸ ਦੇਣ ਦੀ ਲੋੜ ਨਹੀਂ ਹੈਗੀ, ਕੋਈ ਪ੍ਰੋਸੈਸਿੰਗ ਫੀਸ ਨਹੀਂ ਹੈਗੀ। ਨਾਟ ਬਿਫੋਰ ਵੀਜ਼ਾ, ਨਾਟ ਆਫਟਰ ਵੀਜ਼ਾ ਫॉर ਅ ਫਰੈਸ਼ ਕੇਸ। ਜੇ ਰਿਫਿਊਜ਼ਲ ਹੋ ਤਾਂ ਸਾਨੂੰ ਉੱਤੇ ਮਿਹਨਤ ਕਰਨੀ ਪਏਗੀ, ਬਿਲਕੁਲ ਉਹਦੀ ਪ੍ਰੋਸੈਸਿੰਗ ਫੀਸ ਹੋਏਗੀ। ਵੈਸੇ ਕਿਸੇ ਵੀ ਕੇਸ ਦੀ ਕੋਈ ਪ੍ਰੋਸੈਸਿੰਗ ਫੀਸ ਨਹੀਂ ਹੈਗੀ ਹੈ। ਔਰ ਜਿਹੜੇ ਚੁਣਿੰਦਾ ਸਟੂਡੈਂਟ ਹੋਣਗੇ ਉਹਨਾਂ ਨੂੰ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਲੈਪਟਾਪ ਵੀ ਦਿੱਤਾ ਜਾਏਗਾ। ਜੀ ਸੋ ਤੁਸੀਂ ਵੀ ਦੇਖੋ ਇਸ ਖਾਸ ਤੋਹਫੇ ਦਾ ਫਾਇਦਾ ਲੈ ਸਕਦੇ ਹੋ ਟਾਈਮਲੀ, ਤੇ ਜ਼ਰੂਰ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ, ਤੇ ਇਹਨਾਂ ਸੈਮੀਨਾਰ ਦਾ ਹਿੱਸਾ ਜ਼ਰੂਰ ਬਣੋ, ਇੱਥੇ ਪਹੁੰਚੋ। ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਪਤਾ ਲੱਗਣਗੀਆਂ ਕਿ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਤੁਸੀਂ ਕਿਹੜੇ ਰਾਹ ਚੁਣ ਸਕਦੇ ਹੋ। ਸੋ ਮੈਂ ਅੱਗੋਂ ਅਗਰ ਗੱਲ ਕਰਾਂ, ਆਪਾਂ ਕੈਨੇਡਾ ਦੀ ਤਾਂ ਗੱਲ ਕਰ ਚੁੱਕੇ ਹਾਂ, ਆਸਟ੍ਰੇਲੀਆ ਦੀ ਵੀ ਕਰਾਂਗੀ, ਪਰ ਇਹਨਾਂ ਕੰਟਰੀਜ਼ ਤੋਂ ਇਲਾਵਾ ਹੋਰ ਕਿਹੜੀਆਂ ਐਸੀ ਆਪਸ਼ਨਸ ਹੋਰ ਵੀ ਨੇ ਕੰਟਰੀਜ਼ ਦੀ ਜਿਸ ਦਾ ਇਸ ਟਾਈਮ ਤੇ ਸਟੂਡੈਂਟਸ ਕਾਫੀ ਫਾਇਦਾ ਲੈ ਸਕਦੇ ਨੇ, ਬੈਸਟ ਆਪਸ਼ਨਸ ਜਿਨ੍ਹਾਂ ਨੂੰ ਆਪਾਂ ਬੋਲ ਸਕਦੇ ਹਾਂ? ਸੋ ਦੇਖੋ USA ਇੱਕ ਬਹੁਤ ਵਧੀਆ ਆਪਸ਼ਨ ਹੈਗੀ ਹੈ। ਸੋ USA ਜੇ ਤੁਸੀਂ ਪੜ੍ਹਨ ਜਾਣਾ ਚਾਹੁੰਦੇ ਹੋ ਤਾਂ USA ਪਹਿਲੀ ਗੱਲ ਤਾਂ ਨਾਰਥ ਅਮਰੀਕਾ 'ਚ ਹੀ ਆ ਜਾਂਦਾ। ਸੋ ਕੈਨੇਡਾ ਐਂਡ USA ਇਜ਼ ਕਾਲਡ ਨਾਰਥ ਅਮਰੀਕਾ। ਸੋ ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਸੀ ਔਰ ਕੈਨੇਡਾ ਕਿਸੇ ਤਰੀਕੇ ਤੁਸੀਂ ਨਹੀਂ ਬਣ ਪਾ ਰਿਹਾ, ਤੁਹਾਡੇ ਬੈਂਡ ਆ ਰਹੇ ਆ, ਘੱਟ ਆ ਰਹੇ ਆ ਜਾਂ ਕੋਈ ਦਿੱਕਤ ਆ ਰਹੀ ਹੈ, ਸੋ USA ਇੱਕ ਬਹੁਤ ਹੀ ਵਧੀਆ ਆਪਸ਼ਨ ਹੈਗੀ ਹੈ। ਸੋ ਸਟੂਡੈਂਟਸ USA ਤੁਸੀਂ ਜਾ ਸਕਦੇ ਹੋ। ਸੋ USA ਦਾ ਪ੍ਰੋਸੈਸ ਵੀ ਸਿੰਪਲ ਹੈ, ਕੋਈ ਜ਼ਿਆਦਾ ਔਖਾ ਨਹੀਂ ਹੈਗਾ, ਬਸ ਔਖਾ ਸਿਰਫ ਇੰਟਰਵਿਊ ਲੈਣਾ ਹੀ ਹੈ। ਸੋ ਇੰਟਰਵਿਊ ਦੀ ਡੇਟ ਜਦੋਂ ਵੀ ਆ ਜਾਂਦੀ ਹੈ 2 4 5 6 ਮਹੀਨੇ 'ਚ, ਮਤਲਬ ਵਿਦਿਨ 6 ਮੰਥਸ ਦਾ ਟਾਈਮ ਫਰੇਮ ਆਪਾਂ ਲੈ ਕੇ ਚੱਲੀਏ ਤਾਂ ਤੁਸੀਂ ਇੰਟਰਵਿਊ ਇੱਕ ਸਿੰਪਲ ਜੀ ਦੇ ਕੇ ਕਲੀਅਰ ਕਰ ਸਕਦੇ ਹੋ। ਸਭ ਤੋਂ ਇੰਪੋਰਟੈਂਟ ਚੀਜ਼ਾਂ ਰਹਿਣਗੀਆਂ USA 'ਚ ਨੋਟ ਕਰਨ ਵਾਲੀਆਂ ਕਿ ਤੁਹਾਡਾ ਜਿਹੜਾ ਕੋਰਸ ਹੈ ਉਹ STEM ਕੋਰਸ ਹੋਏ, ਯਾਨੀ ਕਿ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ। ਕਿਉਂਕਿ ਮੇਰੇ ਕੋਲ ਸਟੂਡੈਂਟਸ ਵਿਜ਼ਿਟ ਕਰਦੇ ਆ ਤਾਂ ਉਹ ਕਹਿੰਦੇ ਆ ਕਿ ਜਿਹੜਾ ਕੋਰਸ ਦਿੱਤਾ ਸੀ ਉਹ ਮੈਨੂੰ ਆਰਟਸ ਦੇ ਦਿੱਤਾ, ਹੌਸਪਿਟੈਲਿਟੀ ਦੇ ਦਿੱਤਾ, BA ਪੋਲੀਟੀਕਲ ਸਾਇੰਸ ਦੇ ਦਿੱਤਾ, ਸਾਈਕੋਲੋਜੀ ਦੇ ਦਿੱਤਾ। ਜੇ ਤੁਸੀਂ ਇੱਦਾਂ ਦੇ ਕੋਰਸ 'ਚ ਜਾਓਗੇ ਤਾਂ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੇਗਾ। ਸੋ ਜੇ ਤੁਸੀਂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਦੇ ਕੋਰਸ 'ਚ ਜਾਓਗੇ ਤਾਂ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ, ਜਿਹਨੂੰ USA 'ਚ OPT ਕਿਹਾ ਜਾਂਦਾ, ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਕਿਹਾ ਜਾਂਦਾ ਹੈ। ਔਰ ਜਦੋਂ ਤੁਸੀਂ ਪੜ੍ਹਾਈ ਦੇ ਨਾਲ ਕੰਮ ਕਰਦੇ ਹੋ ਤਾਂ ਵੀ ਵਰਕ ਅਲਾਉਡ ਨਹੀਂ ਹੈਗਾ, ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਕਾਲਜ ਜਾਂ ਯੂਨੀਵਰਸਿਟੀ ਤੋਂ, ਜਿਹਨੂੰ CPT ਕਿਹਾ ਜਾਂਦਾ, ਕਰਿਕੂਲਮ ਪ੍ਰੈਕਟੀਕਲ ਟ੍ਰੇਨਿੰਗ। ਸੋ ਜੇ ਤੁਸੀਂ ਉਹ ਪਰਮਿਸ਼ਨ ਲਓਗੇ ਤਾਂ ਹੀ ਤੁਸੀਂ ਵਰਕ ਕਰ ਪਾਓਗੇ ਬਾਹਰ। ਸੋ ਇਹ ਸਾਰੀਆਂ ਛੋਟੀਆਂ ਗੱਲਾਂ ਕਿਸੇ ਨੂੰ ਨਹੀਂ ਪਤਾ ਹੁੰਦੀਆਂ, ਬਟ USA ਤੋਂ, ਅਮਰੀਕਨ ਇੰਟਰਨੈਸ਼ਨਲ ਰਿਕਰੂਟਮੈਂਟ ਕਾਊਂਸਿਲ ਤੋਂ ਲੈਂਡਮਾਰਕ ਇਮੀਗ੍ਰੇਸ਼ਨ ਸਰਟੀਫਾਈਡ ਹੈਗਾ, AIRC ਤੋਂ। ਸੋ ਸਾਨੂੰ ਇਹ ਸਾਰੀਆਂ ਚੀਜ਼ਾਂ ਦੱਸਣੀਆਂ ਲਾਜ਼ਮੀ ਹੈਗੀਆਂ ਬੱਚਿਆਂ ਨੂੰ, ਔਰ ਉਹਨਾਂ ਨੂੰ ਦੱਸਣਾ ਇਹ ਜ਼ਰੂਰੀ ਹੈ ਕਿ ਇੱਕ ਸਹੀ ਢੰਗ ਨਾਲ ਜੇ ਆਪਾਂ USA ਜਾਈਏ ਤਾਂ ਕਿ ਸਾਨੂੰ ਉੱਥੇ ਜਾ ਕੇ ਕੋਈ ਔਖ ਦਾ ਸਾਹਮਣਾ ਨਾ ਕਰਨਾ ਪਏ। ਜੀ ਬਿਲਕੁਲ। ਸੋ ਜਦੋਂ ਆਪਾਂ US ਦੀ ਗੱਲ ਕਰਦੇ ਹਾਂ, ਸਾਰੇ ਇੰਟਰਵਿਊ ਤੋਂ ਘਬਰਾਉਣ ਲੱਗ ਜਾਂਦੇ ਨੇ, ਬਟ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਤੁਹਾਨੂੰ ਇੰਟਰਵਿਊ ਲਈ ਵੀ ਪ੍ਰਪੇਅਰ ਕੀਤਾ ਜਾਂਦਾ ਤਾਂ ਕਿ ਤੁਸੀਂ ਪੂਰੇ ਕੌਨਫੀਡੈਂਸ ਨਾਲ ਉੱਥੇ ਜਾਓ ਤੇ ਆਪਣਾ ਵੀਜ਼ਾ ਹੀ ਲੈ ਕੇ ਵਾਪਸ ਆਓ। ਤੇ ਮੈਂ ਅੱਗੋਂ ਗੱਲ ਕਰਾਂ, ਆਪਾਂ US ਦੀ ਗੱਲ ਕਰ ਲਈ, ਥੋੜਾ ਆਸਟ੍ਰੇਲੀਆ ਤੇ ਮੈਂ ਗੱਲ ਕਰਨਾ ਚਾਹੂੰਗੀ। ਹੁਣ ਕੀ ਕੋਈ ਗੁੰਜਾਇਸ਼ ਬਚੀ ਹੈ ਜੁਲਾਈ ਇਨਟੇਕ ਦੇ ਲਈ? ਕੀ ਹਲੇ ਸਟੂਡੈਂਟ 22 ਵਾਲੇ ਹਲੇ ਉਹਨਾਂ ਕੋਲ ਕੋਈ ਚਾਂਸ ਹੈ? ਸੋ 22 ਵਾਲੇ ਦੇਖੋ ਜੁਲਾਈ ਇਨਟੇਕ ਤਾਂ ਅਪਲਾਈ ਮੈਨੂੰ ਲੱਗਦਾ ਕਿ ਥੋੜਾ ਲੇਟ ਹੋ ਗਿਆ, ਕਿਉਂਕਿ GT ਅੱਜ ਦੀ ਡੇਟ 'ਚ ਬਹੁਤ ਸਮਾਂ ਲੈ ਰਹੀ ਹੈ। ਸੋ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਪ੍ਰਪੇਅਰ ਨਹੀਂ ਹੈਗੀਆਂ ਇੰਨਾ ਤੇਜ਼ੀ ਦੇ ਨਾਲ GT ਕਲੀਅਰ ਕਰਨ ਦੀਆਂ, ਇੱਕ ਸੱਚਾਈ ਹੈ। ਬਹੁਤ ਸਾਰੇ ਸਟੂਡੈਂਟ ਬਹੁਤ ਮਹੀਨਿਆਂ ਤੋਂ ਵੇਟ ਕਰ ਰਹੇ ਨੇ ਕਿ ਮੇਰੀ GT ਕਲੀਅਰ ਹੋਏਗੀ, ਮੇਰੀ GT ਕਲੀਅਰ ਹੋਏਗੀ। ਐਂਡ ਸੈਕੰਡਲੀ ਨਵੰਬਰ ਇਨਟੇਕ ਹੱਲੇ 12ਵੀਂ ਪਾਸ ਬੱਚੇ ਅਪਲਾਈ ਕਰ ਸਕਦੇ ਜਦ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਉਂਦੀ ਹੈ। ਸੋ ਜਿਹੜੇ ਬੱਚਿਆਂ ਨੇ ਹੱਲੇ ਅਪਲਾਈ ਕਰਨਾ ਹੈ 22 ਪਾਸ ਆਊਟ ਵਾਲਿਆਂ ਨੇ, ਤਾਂ ਨਵੰਬਰ ਇਨਟੇਕ ਜ਼ਰੂਰ ਤੁਸੀਂ ਅਪਲਾਈ ਕਰ ਸਕਦੇ ਹੋ ਫॉर ਆਸਟ੍ਰੇਲੀਆ। ਬਟ ਆਸਟ੍ਰੇਲੀਆ 'ਚ ਸਮਾਂ ਲੱਗ ਰਿਹਾ, ਪ੍ਰੋਸੈਸਿੰਗ 'ਚ ਵੀ ਸਮਾਂ ਲੱਗ ਰਿਹਾ,
ਔਰ ਜੀਟੀ ਕਲੀਅਰ ਹੋਣ 'ਚ ਵੀ ਸਮਾਂ ਲੱਗ ਰਿਹਾ। ਆਫਰ ਛੇਤੀ ਆ ਰਹੀਆਂ, ਆਫਰ ਬਹੁਤ ਜਲਦੀ ਆ ਰਹੀਆਂ, ਬਟ ਜੀਟੀ ਜਿਹੜਾ ਪਾਰਟ ਹੈਗਾ ਉਹਨੂੰ ਕਲੀਅਰੈਂਸ ਹੁੰਦਿਆਂ ਥੋੜ੍ਹਾ ਸਮਾਂ ਲੱਗ ਰਿਹਾ। ਸੋ ਇਸ ਚੀਜ਼ ਨੂੰ ਆਪਾਂ ਧਿਆਨ 'ਚ ਰੱਖੀਏ, ਕਿਉਂਕਿ ਆਸਟ੍ਰੇਲੀਆ ਕੋਵਿਡ ਦੇ ਦੌਰਾਨ ਦੇਖੋ ਬੰਦ ਸੀ। ਸੋ ਅਸੀਂ ਕਿਹਾ ਕਿ ਹੁਣ ਜਿਵੇਂ ਆਸਟ੍ਰੇਲੀਆ ਨੇ ਜਦੋਂ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਇੰਨਾ ਇਨਫਲਕਸ ਆਫ ਸਟੂਡੈਂਟਸ ਆ ਜਾਣਗੇ। ਸੋ ਉਹ ਰਸ਼ ਹੈਂਡਲ ਕਰਨ ਲਈ ਸਪੈਸ਼ਲ ਮੈਨ ਪਾਵਰ ਚਾਹੀਦੀ, ਐਕਸਟਰਾ ਮੈਨ ਪਾਵਰ ਚਾਹੀਦੀ, ਐਮਬੈਸੀ ਨੂੰ ਵੀ ਚਾਹੀਦੀ ਹੈ ਅਤੇ ਕਾਲਜਾਂ ਨੂੰ ਵੀ ਚਾਹੀਦੀ ਹੈ। ਕੈਨੇਡਾ ਖੁੱਲ੍ਹਾ ਸੀ ਤਾਂ ਕੈਨੇਡਾ ਹੁਣ ਤੱਕ ਐਕਸਪਰਟ ਹੋ ਚੁੱਕਿਆ। ਸੋ ਉਹ ਆਸਟ੍ਰੇਲੀਆ ਨੂੰ ਕਰਦੇ ਕਰਦੇ ਹੱਲੇ ਸਾਲ ਤੋਂ 1.5 ਸਾਲ ਲੱਗ ਜਾਣਾ। ਸੋ ਆਪਾਂ ਡਿਲੇਜ਼ ਜਿਹੜੇ ਹੋ ਰਹੇ, ਕਿਉਂਕਿ ਬੱਚਿਆਂ ਨੂੰ ਮੈਨੂੰ ਬੱਚੇ ਡੇਲੀ ਮਿਲ ਰਹੇ ਨੇ, ਜੀਟੀ ਕਲੀਅਰੈਂਸ ਡਿਲੇ ਹੋ ਰਿਹਾ, ਔਰ ਜੀਟੀ ਕਲੀਅਰੈਂਸ 'ਚ ਡਿਲੇ ਹੋ ਰਿਹਾ ਤਾਂ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਆਪਣੇ ਕੋਲ ਜੈਨੂਇਨ ਫੰਡ ਨਹੀਂ ਹੁੰਦੇ। ਜੇ ਜੈਨੂਇਨ ਫੰਡ ਨਹੀਂ ਹੁੰਦੇ ਤਾਂ ਸਾਨੂੰ ਲੱਗਦਾ ਕਿ ਜਿਹੜਾ ਡਿਲੇ ਹੋ ਰਿਹਾ ਜੀਟੀ ਫੰਡਸ ਤੋਂ, ਤਾਂ ਸਾਡਾ ਮੀਟਰ ਫੰਡ ਦਾ ਚੱਲੀ ਜਾ ਰਿਹਾ। ਸੋ ਮੇਰੇ ਕੋਲ ਤਾਂ ਇੱਦਾਂ ਦਾ ਵੀ ਸਟੂਡੈਂਟ ਹਰਜੋਤ ਮਿਲ ਕੇ ਗਿਆ ਜਿਹਨੂੰ ਰਿਫਿਊਜ਼ਲ 'ਤੇ ਹੀ 15-20 ਲੱਖ ਦਾ ਨੁਕਸਾਨ ਹੋ ਗਿਆ। ਸੋ ਸਟੂਡੈਂਟ ਦੇਖੋ, ਜੇ ਤਾਂ ਜੈਨੂਇਨ ਫੰਡ ਆਪਣੇ ਹੈਗੇ ਆ ਤਾਂ ਹੀ ਆਪਾਂ ਅਪਲਾਈ ਕਰੀਏ ਆਸਟ੍ਰੇਲੀਆ, ਬਿਕੋਜ਼ ਆਸਟ੍ਰੇਲੀਆ 'ਤੇ ਦੇਖੋ ਜੀਟੀ ਕਲੀਅਰੈਂਸ 'ਤੇ ਟਾਈਮ ਹੈ, ਵੀਜ਼ਾ ਰਿਜ਼ਲਟ 'ਚ ਟਾਈਮ ਹੈਗਾ। ਸੋ ਜੇ ਤੁਸੀਂ 8-10 ਮਹੀਨੇ ਫੰਡ ਕਿਸੇ ਬਾਹਰੋਂ ਲਾਓਗੇ ਤਾਂ ਕਿੱਦਾਂ ਸਰਵਾਈਵ ਕਰੋਗੇ। ਸੋ ਸਟੂਡੈਂਟਸ ਇੱਕ ਬੜਾ ਸੱਚਾ, ਮੈਂ ਕਹਿੰਦਾ ਕਿ ਕੌੜਾ ਸੱਚ ਹੈ ਕਿ ਸਾਰੇ ਹੀ ਸਟੂਡੈਂਟ ਕਹਿੰਦੇ ਕਿ ਤੁਸੀਂ ਸਾਡਾ ਫੰਡ ਸ਼ੋਅ ਕਰ ਦਿਓ। ਲੈਂਡਮਾਰਕ ਇਮੀਗ੍ਰੇਸ਼ਨ ਕਿਸੇ ਦਾ ਫੰਡ ਸ਼ੋਅ ਨਹੀਂ ਕਰਦਾ। ਲੈਂਡਮਾਰਕ ਇਮੀਗ੍ਰੇਸ਼ਨ ਇੱਕ ਪ੍ਰੋਪਰ ਗਾਈਡੈਂਸ ਦੇ ਸਕਦਾ, ਤੁਹਾਨੂੰ ਗਾਈਡ ਕਰ ਸਕਦਾ, ਬਟ ਕਿਸੇ ਨੂੰ ਵੀ ਅਸੀਂ ਫੰਡ ਸ਼ੋਅ 'ਚ ਕੋਈ ਵੀ ਮਦਦ ਨਹੀਂ ਕਰਦੇ। ਜੇ ਤੁਹਾਡੇ ਕੋਲ ਜੈਨੂਇਨ ਫੰਡਸ ਹੈਗੇ ਆ ਤਾਂ ਹੀ ਤੁਸੀਂ ਆਸਟ੍ਰੇਲੀਆ ਲਈ ਅਪਲਾਈ ਕਰੋ, ਬਿਕੋਜ਼ 8-10 ਮਹੀਨੇ ਬੈਂਕ 'ਚ ਫੰਡਸ ਰੱਖਣੇ ਬਹੁਤ ਔਖਾ ਕੰਮ ਹੈ। ਸੋ ਸਟੂਡੈਂਟਸ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲਓ ਕਿ ਜੇ ਸਮਾਂ ਲੱਗਦਾ ਤਾਂ ਆਪਾਂ ਕੀ ਕਰਾਂਗੇ। ਜੀ ਬਿਲਕੁਲ। ਸੋ ਬਿਲਕੁਲ ਜੈਨੂਇਨ ਸਲਾਹ ਤੁਹਾਨੂੰ ਦਿੱਤੀ ਗਈ ਹੈ। ਸੋ ਤੁਸੀਂ ਜ਼ਰੂਰ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ, ਕਿਉਂਕਿ ਇੱਥੇ ਹੀ ਕੁਝ ਗੱਲਾਂ ਹੁੰਦੀਆਂ ਜਿੱਥੇ ਤੁਸੀਂ ਫਿਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹੋ, ਔਰ ਇੱਥੇ ਤੁਹਾਨੂੰ ਗਾਈਡ ਕਰਨ ਲਈ ਹੀ ਅਸੀਂ ਵਧੀਆ ਤਜਰਬੇਕਾਰ ਕੰਸਲਟੈਂਟਸ ਨੂੰ ਆਪਣੇ ਸ਼ੋਅ ਦਾ ਹਿੱਸਾ ਬਣਾਉਂਦੇ ਹਾਂ, ਤਾਂ ਕਿ ਤੁਹਾਡੇ ਤੱਕ ਬਿਲਕੁਲ ਸਹੀ ਸਲਾਹ ਅਸੀਂ ਪਹੁੰਚਾ ਸਕੀਏ। ਅਤੇ ਅੱਗੋਂ ਪੰਜਾਬ ਸਟੇਟ ਬੋਰਡ, ਹਰਿਆਣਾ ਸਟੇਟ ਬੋਰਡ ਨੂੰ ਲੈ ਕੇ ਵੀ ਸਟੂਡੈਂਟ ਦੇ ਮਨ ਵਿੱਚ ਡਾਊਟ ਹੈ ਕਿ ਕੀ ਉਹਨਾਂ ਦੀ ਫਾਈਲਸ ਨਹੀਂ ਅਸੈਪਟ ਕਰ ਰਹੇ ਆਸਟ੍ਰੇਲੀਆ। ਬਿਲਕੁਲ, ਰੀਜ਼ਨ ਤੁਹਾਡੇ ਸਾਹਮਣੇ ਪਹਿਲਾਂ ਵੀ ਡਿਸਕਸ਼ਨ ਕਰ ਲਈ, ਮੈਂ ਬੜੀ ਖੁੱਲ੍ਹ ਕੇ ਤੁਹਾਡੇ ਡਿਸਕਸ਼ਨ ਕੀਤੀ। ਰੀਜ਼ਨ ਕੁਝ ਹੋਰ ਹੈਗੇ ਆ ਕਿ ਜੈਨੂਇਨ ਫਾਈਲਸ ਆਸਟ੍ਰੇਲੀਅਨ ਅੰਬੈਸੀ 'ਚ ਵੀ ਔਰ ਆਸਟ੍ਰੇਲੀਅਨ ਯੂਨੀਵਰਸਿਟੀਜ਼ 'ਚ ਜਿਹੜੀਆਂ ਜੈਨੂਇਨ ਫਾਈਲਸ ਹੈ ਉਹ ਨਹੀਂ ਪਹੁੰਚ ਰਹੀਆਂ। ਸੋ ਯੂਨੀਵਰਸਿਟੀਜ਼ 'ਚ ਬੱਚੇ ਅਪਲਾਈ ਜ਼ਰੂਰ ਕਰਦੇ ਆ, ਪਰ ਪਰਪਸ ਇੱਕੋ ਹੀ ਹੈ ਬੱਚਿਆਂ ਦਾ ਕਿ ਵੀਜ਼ਾ ਲੈਣਾ ਔਰ ਉੱਥੇ ਜਾ ਕੇ ਯੂਨੀਵਰਸਿਟੀ ਦੀ ਪੜ੍ਹਾਈ ਛੱਡ ਦੇਣਾ, ਕਿਸੇ ਡਿਪਲੋਮੇ 'ਚ ਐਡਮਿਸ਼ਨ ਲੈ ਲੈਣੀ ਜਾਂ ਫੁੱਲ ਟਾਈਮ ਕੰਮ ਕਰਨ ਲੱਗ ਜਾਣਾ। ਸੋ ਦੇਖੋ, ਜਦੋਂ ਆਪਣਾ ਮੋਟਿਵ ਕਲੀਅਰ ਨਹੀਂ ਹੋਏਗਾ ਜਾਂ ਇੱਦਾਂ ਦੇ ਬੱਚੇ ਜਦੋਂ ਪਹਿਲਾਂ ਜਾਣਗੇ ਔਰ ਉਹ ਟਰੈਂਡ ਸੈੱਟ ਇੱਦਾਂ ਦਾ ਕਰਨਗੇ ਤਾਂ ਫਿਰ ਅੱਗੇ ਆਉਣ ਵਾਲੇ ਬੱਚਿਆਂ ਲਈ ਕੁਛ ਨਾ ਕੁਛ ਔਖਾ ਤਾਂ ਹੋਏਗਾ ਹੀ ਹੋਏਗਾ। ਸੋ ਉਹਦੇ ਰੀਜ਼ਨਸ ਕੁਛ ਹੋਰ ਹੈ ਕਿ ਪੰਜਾਬ ਔਰ ਹਰਿਆਣਾ ਤੋਂ ਬੱਚੇ ਕਿਉਂ ਨਹੀਂ ਲੈ ਕੇ ਜਾਣੇ, ਕਿ ਬੱਚੇ ਪੜ੍ਹਦੇ ਹੀ ਨਹੀਂ ਉੱਥੇ ਜਾ ਕੇ, ਬੱਚਿਆਂ ਦੀਆਂ ਫਾਈਲਾਂ ਹੀ ਜੈਨੂਇਨ ਨਹੀਂ ਹੈਗੀਆਂ, ਬੱਚਿਆਂ ਦੀਆਂ ਫਾਈਲਾਂ ਮੈਨੂਪੂਲੇਟਡ ਹੈਗੀਆਂ। ਸੋ ਸਟੂਡੈਂਟਸ ਦੇਖੋ, ਜਿਹੜੇ ਬੱਚੇ ਵੀ ਆਸਟ੍ਰੇਲੀਆ ਜਾ ਰਹੇ ਨੇ, ਯੂਕੇ ਜਾ ਰਹੇ ਨੇ, ਸਿਰਫ ਇਹ ਸੋਚ ਕੇ ਦੇਖਿਓ ਕਿ ਤੁਸੀਂ ਬੈਚਲਰ ਡਿਗਰੀ ਕਰੋਗੇ ਤਾਂ ਹੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ। ਜੇ ਤੁਸੀਂ ਡਿਪਲੋਮਾ ਕਰੋਗੇ ਜਾਂ ਆਪਣਾ ਸਟੇਟਸ ਉੱਥੇ ਲੀਗਲ ਤੋਂ ਇਲੀਗਲ ਕਰ ਲੋਗੇ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਿਸੇ ਵੀ ਸਟੂਡੈਂਟ ਨੂੰ ਨਹੀਂ ਮਿਲੇਗਾ। ਸੋ ਆਪਣਾ ਪਰਪਸ ਕੀ ਹੈ? ਜਾਂ ਤਾਂ 3-4 ਸਾਲ ਪੈਸੇ ਕਮਾ ਕੇ ਵਾਪਸ ਆਉਣਾ ਆਪਣਾ ਪਰਪਸ, ਪਰ ਸਭ ਤੋਂ ਪ੍ਰੋਬਲਮ ਇਹ ਹੁੰਦੀ ਬੱਚਿਆਂ ਦਾ ਜੀ ਨਹੀਂ ਲੱਗਦਾ ਇੱਥੇ। ਸੋ ਜਦੋਂ 3-4 ਸਾਲ ਤੁਸੀਂ ਕਿਸੇ ਬਾਹਰਲੇ ਮੁਲਕ ਰਹਿ ਆਉਂਦੇ ਹੋ ਨਾ, ਸੋ ਕਿਸੇ ਨੂੰ ਪੁੱਛੋ ਜਿਹੜਾ 4 ਸਾਲ ਆਸਟ੍ਰੇਲੀਆ ਰਹਿ ਕੇ ਆਇਆ ਹੋਏ ਜਾਂ 4 ਸਾਲ ਯੂਕੇ ਰਹਿ ਕੇ ਆਇਆ ਹੋਏ ਜਾਂ 4 ਸਾਲ ਕੈਨੇਡਾ ਵੀ ਰਹਿ ਕੇ ਆਇਆ ਹੋਏ, ਉਹਦਾ ਇੱਥੇ ਦਿਲ ਨਹੀਂ ਲੱਗਦਾ। ਸੋ ਸਟੂਡੈਂਟਸ ਆਪਾਂ ਇੱਦਾਂ ਦਾ ਕਿਉਂ ਨਾ ਫੋਕਸ ਬਣਾਈਏ ਕਿ ਜੇ ਤਾਂ ਆਸਟ੍ਰੇਲੀਆ ਜਾਣਾ ਆਪਾਂ ਗ੍ਰੈਜੂਏਸ਼ਨ ਕਰਕੇ ਹੀ ਜਾਈਏ, ਕਿਉਂਕਿ ਆਸਟ੍ਰੇਲੀਆ ਗ੍ਰੈਜੂਏਸ਼ਨ ਕਰਕੇ ਜਾਂਦੇ ਹਾਂ ਤਾਂ ਮਾਸਟਰਸ 'ਚ 2 ਸਾਲ ਦੀ ਹੈ, 1.5 ਸਾਲ ਦੀ ਹੈ। ਮਾਸਟਰਸ ਆਪਾਂ ਕੀਤੀ, ਉਸ ਤੋਂ ਬਾਅਦ ਸਾਨੂੰ ਪੋਸਟ ਗ੍ਰੈਜੂਏਟ ਵਰਕ ਮਿਲਿਆ ਤਾਂ ਆਪਾਂ ਸੈਟਲ ਹੋਣ ਦੀਆਂ ਆਪਸ਼ਨਾਂ 'ਚ ਆ ਸਕੀਏ। ਬਟ ਜੇ ਆਪਾਂ ਸੈਟਲਮੈਂਟ ਵੱਲ ਦੇਖ ਹੀ ਨਹੀਂ ਰਹੇ, ਫਿਰ ਅੰਡਰ ਗ੍ਰੈਜੂਏਸ਼ਨ ਤੋਂ ਬਾਅਦ ਆਸਟ੍ਰੇਲੀਆ ਜਾਣਾ ਜਾਂ ਯੂਕੇ ਜਾਣਾ ਕਿਤੇ ਨਾ ਕਿਤੇ ਬੱਚਿਆਂ ਵਾਸਤੇ ਹਿੰਡਰੈਂਸ ਪੈਦਾ ਕਰਦਾ, ਅਨਟਿਲ ਅਨਲੈਸ ਤੁਹਾਡੇ ਕੋਲ ਆਪਣੇ ਫੰਡਸ ਹੈ ਔਰ ਅਨਟਿਲ ਅਨਲੈਸ ਤੁਸੀਂ ਬੈਚਲਰ ਡਿਗਰੀ ਕੰਪਲੀਟ ਕਰੋਗੇ। ਠੀਕ ਹੈ, ਬਿਲਕੁਲ। ਤੇ ਕੁਝ ਸਵਾਲ ਸਾਡੇ ਕੋਲ ਜਿਹੜੇ ਸਟੂਡੈਂਟਸ ਦੀ ਜੀਟੀ ਕਲੀਅਰ ਹੋਣ ਨੂੰ ਬਹੁਤ ਟਾਈਮ ਲੱਗ ਰਿਹਾ, ਵੇਟ ਕਰ ਰਹੇ ਨੇ, 4 ਮਹੀਨੇ ਹੋ ਗਏ, 6 ਮਹੀਨੇ ਹੋ ਗਏ, ਉਹਨਾਂ ਨੂੰ ਅੱਗੋਂ ਕੀ ਕਰਨਾ ਚਾਹੀਦਾ? ਸਾਡੇ ਕੋਲ ਸਵਾਲ ਨੇ ਉਹਨਾਂ ਦੇ ਸਟੂਡੈਂਟਸ ਦੇ ਕਿ ਅਸੀਂ ਵਿਦਡਰਾਅਲ ਕਰ ਲਈਏ ਆਪਣੀ ਫਾਈਲ, ਕੀ ਕਰੀਏ? ਉਹਨਾਂ ਨੇ ਤਾਂ ਜੀਟੀ ਕਲੀਅਰ, ਜਿਨ੍ਹਾਂ ਨੇ ਟਿਊਸ਼ਨ ਫੀਸ ਪੇ ਨਹੀਂ ਕੀਤੀ ਹੈ। ਸੋ ਇਹਦੇ 'ਚ 2 ਸਵਾਲ ਹੈ ਹਰਜੋਤ। ਦੇਖੋ, ਪਹਿਲੀ ਗੱਲ ਤਾਂ ਜਿਨ੍ਹਾਂ ਦੀ ਜੀਟੀ ਕਲੀਅਰ ਨਹੀਂ ਹੋਈ ਹੈ, ਦੂਜਾ ਸਵਾਲ ਹੈ ਜਿਨ੍ਹਾਂ ਤੋਂ ਅੰਬੈਸੀ ਦਾ ਰਿਜ਼ਲਟ ਨਹੀਂ ਆਇਆ। ਸੋ ਵਿਡਰਾਅ ਤਾਂ ਉਹ ਕਰਨਗੇ ਜਿਨ੍ਹਾਂ ਦੀ ਫਾਈਲ ਅੰਬੈਸੀ 'ਚ ਪਈ ਹੈ। ਸੋ ਉਹਨਾਂ ਨੂੰ ਵੀ ਮੈਂ ਐਡਵਾਈਸ ਕਰਾਂਗਾ, ਜੇ 4 ਮਹੀਨੇ ਹੋ ਗਏ ਰਿਜ਼ਲਟ ਨਹੀਂ ਆਇਆ ਤਾਂ ਵਿਡਰਾਅ ਨਾ ਕਰੋ, ਕਿਉਂਕਿ ਰਿਜ਼ਲਟ ਕਿਸੇ ਵੀ ਦਿਨ ਆ ਸਕਦਾ ਹੈ। ਅੰਬੈਸੀ ਦੇ ਈਮੇਲ ਆਈਡੀ ਤੇ ਮੇਲ ਕਰੋ, ਉਹਨਾਂ ਨੂੰ ਰਿਕੁਐਸਟ ਫॉर ਇਨਫੋਰਮੇਸ਼ਨ ਕਰੋ ਕਿ ਸਾਡੀ ਫਾਈਲ ਦਾ ਰਿਜ਼ਲਟ ਕਿਉਂ ਨਹੀਂ ਆ ਰਿਹਾ, ਸਾਨੂੰ ਇਨਫੋਰਮੇਸ਼ਨ ਦਿਓ।
ਔਰ ਜਿਨ੍ਹਾਂ ਦੀ ਜੀਟੀ ਕਲੀਅਰ ਨਹੀਂ ਹੋਈ ਆ ਤਾਂ ਕਿਸੇ ਹੋਰ ਯੂਨੀਵਰਸਿਟੀ 'ਚ ਜੀਟੀ ਅਪਲਾਈ ਕਰ ਦਿਓ, ਫੰਡਸ ਡਾਕੂਮੈਂਟ ਤਾਂ ਉਹੀ ਹੈਗੇ ਆ। ਸੋ ਕਿਤੇ ਹੋਰ ਆਫਰ ਲੈ ਕੇ ਆਪਾਂ ਅਪਲਾਈ ਕਰ ਦਈਏ, ਕਿਉਂਕਿ ਜੇ ਉਹ ਯੂਨੀਵਰਸਿਟੀ ਆਪਣੀ ਜੀਟੀ ਕਲੀਅਰ ਨਹੀਂ ਕਰ ਰਹੀ, ਕੀ ਪਤਾ ਉਹ ਯੂਨੀਵਰਸਿਟੀ ਉਹਨਾਂ 'ਚ ਹੋਵੇ ਜਿਨ੍ਹਾਂ ਨੇ ਪੰਜਾਬ ਹਰਿਆਣਾ ਤੋਂ ਬੱਚਾ ਹੀ ਨਹੀਂ ਲੈਣਾ, ਤਾਂ ਹੀ 4-6 ਮਹੀਨੇ ਲਾ ਰਹੇ ਤੁਹਾਡੀ ਜੀਟੀ ਕਲੀਅਰ ਕਰਨ ਨੂੰ। ਸੋ ਆਪਾਂ ਕਿਸੇ ਹੋਰ ਯੂਨੀਵਰਸਿਟੀ 'ਚ ਅਪਲਾਈ ਕਰ ਲਈਏ। ਔਰ ਜੇ ਫਿਰ ਵੀ ਤੁਹਾਨੂੰ ਲੱਗਦਾ ਕਿ ਹੁਣ ਮੇਰੀ ਪ੍ਰੋਫਾਈਲ ਆਸਟ੍ਰੇਲੀਆ ਜਾਣ ਦੇ ਨਹੀਂ ਹੈਗੀ, ਹੁਣ ਐਲੀਜੀਬਲ ਹੀ ਨਹੀਂ ਹੈਗੀ, ਫਿਰ ਆਪਾਂ ਕੰਟਰੀ ਚੇਂਜ ਕਰੀਏ। ਬਿਲਕੁਲ ਬਿਲकुल। ਸੋ ਟਾਈਮਲੀ ਸਹੀ ਡਿਸੀਜਨ ਲੈਣਾ ਇਸ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਬਾਕੀ ਲਗਾਤਾਰ ਨੰਬਰ ਡਿਸਪਲੇ ਹੈ ਜੀ ਲੈਂਡਮਾਰਕ ਇਮੀਗ੍ਰੇਸ਼ਨਸ ਦਾ, ਇਸ ਉੱਪਰ ਕਾਲ ਕਰੋ, ਇਹਨਾਂ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਕਰਕੇ ਸਹੀ ਆਪਸ਼ਨਸ ਦੇ ਉੱਪਰ ਚੱਲਦੇ ਹੋਏ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ। ਤੇ ਮੈਂ ਅੱਗੋਂ ਗੱਲ ਜ਼ਰੂਰ ਕਰਨਾ ਚਾਹੂੰਗੀ, ਚਲੋ ਆਪਾਂ ਆਸਟ੍ਰੇਲੀਆ ਬਾਰੇ ਵੀ ਡਿਟੇਲ 'ਚ ਗੱਲ ਕੀਤੀ ਹੈ, ਪਰ ਅੱਗੋਂ ਇੱਕ ਜਰਮਨੀ ਆਪਸ਼ਨ ਬਾਰੇ ਵੀ ਗੱਲ ਕਰਨਾ ਚਾਹਾਂਗੇ ਕਿ ਜਦੋਂ ਪੜ੍ਹੀਦਾ ਇਸ ਦੇ ਬਾਰੇ ਤਾਂ ਲੱਗਦਾ ਕਿ ਵਾਕਈ ਬਹੁਤ ਚੰਗੀ ਆਪਸ਼ਨ ਹੈ, ਪਰ ਪ੍ਰੈਕਟੀਕਲੀ ਦੇਖੀਏ ਤਾਂ ਸਟੂਡੈਂਟਸ ਉਧਰ ਇੰਨਾ ਫੋਕਸ ਨਹੀਂ ਕਰਦਾ, ਸੁਣਦਾ ਹੈ ਪਰ ਫਾਈਲਿੰਗ ਉਨੀ ਨਹੀਂ ਹੁੰਦੀ। 2-3 ਇਸ਼ੂਜ਼ ਆ। ਇੱਕ ਤਾਂ ਜਰਮਨੀ ਬੱਚਾ ਇਸ ਲਈ ਫੋਕਸ ਕਰਦਾ ਕਿਉਂਕਿ ਕਾਫੀ ਸਾਰੀ ਮਾਰਕੀਟ 'ਚ ਜਰਮਨੀ ਕਿਸੇ ਨੂੰ ਆਉਂਦਾ ਹੀ ਨਹੀਂ ਜੀ। ਸੋ ਪਹਿਲੀ ਚੀਜ਼ ਤਾਂ ਜਰਮਨੀ ਦੇ ਐਕਸਪਰਟ ਹੀ ਨਹੀਂ ਹੈ, ਕਿਉਂਕਿ ਜਰਮਨੀ ਆਉਂਦਾ ਹੀ ਨਹੀਂ ਹੈਗਾ ਕਿਸੇ ਨੂੰ, ਤਾਂ ਆਪਾਂ ਜਰਮਨੀ ਕਿੱਥੋਂ ਫੋਕਸ ਕਰਾਂਗੇ। ਬਹੁਤ ਹੀ ਚੁਣਿੰਦਾ ਕੰਸਲਟੈਂਟ ਹੈਗੇ ਜਿਹੜੇ ਜਰਮਨੀ ਪ੍ਰਮੋਟ ਕਰਦੇ ਆ, ਕਿਤੇ ਤੁਸੀਂ ਲੱਗੀ ਵੀ ਨਹੀਂ ਦੇਖੀ ਹੋਣੀ ਕਿ ਸਟੱਡੀ ਇਨ ਜਰਮਨੀ ਐਡ, ਸਾਰੇ ਕੈਨੇਡਾ, ਯੂਕੇ, ਆਸਟ੍ਰੇਲੀਆ ਨੂੰ ਹੀ ਜ਼ਿਆਦਾ ਪ੍ਰਮੋਟ ਕਰਦੇ ਆ। ਸੋ ਜਰਮਨੀ 'ਚ ਪਹਿਲੀ ਗੱਲ ਤਾਂ ਫੰਡ ਨਹੀਂ ਸ਼ੋ ਹੁੰਦੇ। ਸੋ ਇਹ ਵੀ ਇੱਕ ਰੀਜ਼ਨ ਹੈ ਕਿ ਆਪਾਂ ਉਹਨੂੰ ਪ੍ਰਮੋਟ ਨਹੀਂ ਕਰਦੇ, ਕਿਉਂਕਿ ਆਪਣੇ ਪੰਜਾਬ 'ਚ ਜਿਹੜੇ ਕੰਟਰੀ 'ਚ ਫੰਡ ਸ਼ੋ ਹੁੰਦੇ ਨਾ ਉਹਨੂੰ ਪ੍ਰਮੋਟ ਕੀਤਾ ਜਾਂਦਾ। ਹੁਣ ਕੈਨੇਡਾ ਦੀ ਅਫਵਾਹ ਵੀ ਕਿਉਂ ਨਿਕਲਦੀ ਹੈ, ਕਿਉਂਕਿ ਕੈਨੇਡਾ 'ਚ ਵੀ ਫੰਡ ਨਹੀਂ ਸ਼ੋ ਹੁੰਦੇ। ਸੋ ਜਿਹੜੇ ਕੰਟਰੀਜ਼ ਵਿੱਚ ਫੰਡ ਸ਼ੋ ਹੁੰਦੇ ਆਪਾਂ ਕਹਿੰਦੇ ਕਿ ਯੂਕੇ ਵਧੀਆ ਜੀ, ਆਸਟ੍ਰੇਲੀਆ ਵਧੀਆ। ਅੱਜ ਦੀ ਡੇਟ 'ਚ ਯੂਕੇ ਐਂਡ ਆਸਟ੍ਰੇਲੀਆ ਵਧੀਆ, ਪਰ ਉਹਦੀਆਂ ਖਾਮੀਆਂ ਕੋਈ ਨਹੀਂ ਦੱਸਦਾ ਸਾਨੂੰ। ਸੋ ਆਸਟ੍ਰੇਲੀਆ ਯੂਕੇ 'ਚ ਕੀ ਪ੍ਰੋਬਲਮ ਹੈ ਕੋਈ ਨਹੀਂ ਦੱਸੇਗਾ, ਬਟ ਹੁਣ ਜਰਮਨੀ 'ਚ ਵੀ ਕੋਈ ਫੰਡ ਦੀ ਲੋੜ ਨਹੀਂ ਹੁੰਦੀ। ਓਵਰਆਲ 5.5 ਬੈਂਡ ਦੇ ਨਾਲ ਮਾਸਟਰਸ ਲਈ ਤੁਸੀਂ ਅਪਲਾਈ ਕਰ ਸਕਦੇ ਹੋ, ਓਵਰਆਲ 5.5 ਬੈਂਡ ਦੇ ਨਾਲ ਬੈਚਲਰਸ ਦੀ ਤੁਸੀਂ ਅਪਲਾਈ ਕਰ ਸਕਦੇ ਹੋ। ਕੋਈ ਪੁਰਾਣੇ ਫੰਡ ਨਹੀਂ ਲੱਗਦੇ। ਜਿਹੜੀ ਸਾਲ ਦੀ ਫੀਸ ਹੈ ਜਿਵੇਂ ਕੈਨੇਡਾ 'ਚ ਪੂਰੀ ਜਾਂਦੀ ਹੈ ਉੱਦਾਂ ਹੀ ਜਰਮਨੀ 'ਚ ਪੂਰੀ ਜਾਂਦੀ ਹੈ, ਔਰ ਜਿਹੜਾ ਲਿਵਿੰਗ ਕਾਸਟ ਹੈ ਉਹ ਵੀ ਜਰਮਨੀ 'ਚ ਪੂਰੇ ਸਾਲ ਦਾ ਇਕੱਠਾ ਹੀ ਜਾਂਦਾ। ਸੋ ਇਸੇ ਲਈ ਕੋਈ ਜਰਮਨੀ ਨੂੰ ਅਸੀਂ ਕਹੀਏ ਕਿ ਪ੍ਰਮੋਟ ਨਹੀਂ ਹੁੰਦਾ, ਪਰ ਜਰਮਨੀ ਪੜ੍ਹਾਈ ਕਰਨ ਤੋਂ ਬਾਅਦ 1.5 ਸਾਲ ਦਾ ਜੌਬ ਸਰਚ ਵੀਜ਼ਾ ਦਿੰਦੀ ਹੈ, ਔਰ ਉਹ ਵੀਜ਼ਾ 2 ਵਾਰੀ ਐਕਸਟੈਂਡੇਬਲ ਹੈ। 1.5 ਸਾਲ ਤੋਂ ਬਾਅਦ 6-6 ਮਹੀਨੇ ਦੀ ਆਪਾਂ 2 ਵਾਰੀ ਐਕਸਟੈਂਸ਼ਨ ਪਾ ਸਕਦੇ ਹਾਂ, ਯਾਨੀ ਕਿ ਹੋ ਗਏ 2.5 ਸਾਲ। ਸੋ 2.5 ਸਾਲ ਦਾ ਵਰਕ ਪਰਮਿਟ ਬੱਚੇ ਨੂੰ ਮਿਲਦਾ, ਚਾਹੇ ਉਹ ਮਾਸਟਰਸ ਕਰਨ ਜਾਂਦਾ ਚਾਹੇ ਉਹ ਬੈਚਲਰਸ ਕਰਨ ਜਾਂਦਾ। ਜਰਮਨੀ 'ਚ ਇੱਕ ਹੋਰ ਹਿੰਡਰੈਂਸ ਹੈਗੀ ਹੈ ਕਿ ਉਹ ਜਦੋਂ ਕੀ ਕਹਿੰਦੇ ਬੱਚਾ ਅਪਲਾਈ ਕਰਦਾ ਤਾਂ ਬੱਚੇ ਨੂੰ ਜਿਹੜੀ ਇੰਟਰਵਿਊ ਡੇਟ ਹੈ VFS 'ਚ ਜਿਹੜੀ ਉਹਦੀ ਇੰਟਰਵਿਊ ਹੁੰਦੀ ਹੈ ਉਹ 'ਚ ਉਹਨੂੰ ਥੋੜ੍ਹਾ ਸਮਾਂ ਜ਼ਰੂਰ ਲੱਗ ਜਾਂਦਾ ਹੈ। ਉਹਦੇ 'ਚ ਦੇਖੋ ਹੁਣ VFS ਵਾਲੇ ਉਹ ਪੇਡ ਡੇਟਸ ਵੇਚਦੇ ਆ ਜਾਂ ਅੰਬੈਸੀ ਪੇਡ ਵੇਚਦੀ ਹੈ, ਸਾਨੂੰ ਇਹਦਾ ਨਹੀਂ ਪਤਾ, ਬਟ ਉਹਦੇ 'ਚ ਥੋੜ੍ਹਾ ਸਮਾਂ ਲੱਗ ਜਾਂਦਾ। ਤੁਸੀਂ ਰਾਤੀ ਆਪਣੇ ਪੋਰਟਲ 'ਤੇ ਆਪੇ ਲੌਗਇਨ ਕਰਕੇ ਬੈਠੋ ਤਾਂ ਤੁਸੀਂ ਆਪੇ ਵੀ ਡੇਟ ਲੈ ਸਕਦੇ ਹੋ। ਬਟ ਜਰਮਨੀ ਸਮੂਥ ਪ੍ਰੋਸੈਸ ਹੈ, ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਫਰਸਟ ਥਿੰਗ ਜਰਮਨੀ 'ਚ ਹੁੰਦਾ ਕਿ APS ਮੰਗਾਉਣਾ ਹੁੰਦਾ ਕਿ ਬੱਚੇ ਦੀ APS ਅਪਰੂਵਲ ਕੀ ਹੈ, ਐਕੈਡੈਮਿਕ ਅਵੈਲੂਏਸ਼ਨ ਅਪਰੂਵਲ। ਸੋ ਅਪਰੂਵਲ ਜੇ ਆ ਜਾਂਦੀ ਹੈ ਉਸ ਤੱਕ ਕੋਈ ਪੈਸਾ ਨਹੀਂ ਦੇਣਾ, ਕੋਈ ਪੈਸਾ ਨਹੀਂ। ਜੇ ਅਪਰੂਵਲ ਆ ਜਾਂਦੀ ਹੈ ਅੰਬੈਸੀ ਅਪਰੂਵਲ ਦਿੰਦੀ ਹੈ ਉਹ ਕਿ ਬੱਚਾ ਇਜ਼ ਓਕੇ ਟੂ ਗੋ। ਜੇ APS ਅਪਰੂਵਲ ਆ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਫੀਸ ਜਮ੍ਹਾਂ ਕਰਾਉਣੀ ਹੈ, ਉਸ ਤੋਂ ਬਾਅਦ ਤੁਸੀਂ ਲਿਵਿੰਗ ਕਾਸਟ ਜਮ੍ਹਾਂ ਕਰਾਉਣੀ ਹੈ ਔਰ ਵੀਜ਼ੇ ਲਈ ਅਪਲਾਈ ਕਰਨਾ। ਸੋ ਜੇ ਆਪਣੀ ਅੰਬੈਸੀ ਨੇ ਅਪਰੂਵਲ ਪਹਿਲਾਂ ਵੀ ਦੇ ਦਿੱਤੀ ਇੱਕ ਓਕੇ ਟੂ ਗੋ, ਸੋ ਮੈਨੂੰ ਨਹੀਂ ਲੱਗਦਾ ਵੀਜ਼ਾ ਰਿਫਿਊਜ਼ਲ ਦੇ ਕੋਈ ਚਾਂਸ ਹੈ। ਸੋ ਅੱਜ ਦੀ ਡੇਟ 'ਚ ਵੀ ਸਾਡੇ ਕੋਲ ਜਰਮਨੀ ਦੇ ਵੀਜ਼ਾਸ ਲੱਗ ਕੇ ਆ ਰਹੇ ਨੇ, ਸਟੂਡੈਂਟਸ ਰੈਗੂਲਰਲੀ ਜਾ ਰਹੇ ਨੇ, ਫੀਡਬੈਕ ਪੋਜ਼ਿਟਿਵ ਹੈਗਾ। 24 ਲੱਖ ਨੌਕਰੀਆਂ ਫ੍ਰੀ ਪਈਆਂ ਜਰਮਨੀ 'ਚ, 24 ਲੱਖ ਨੌਕਰੀਆਂ ਫ੍ਰੀ ਪਈਆਂ ਯੂਰਪ 'ਚ, ਜਰਮਨੀ 'ਚ। ਜਰਮਨੀ ਇੱਕ ਵੱਡਾ ਦੇਸ਼ ਹੈ ਜਿੱਥੇ ਯੂਰੋ ਚੱਲਦਾ, 85 ਰੁਪਏ ਦਾ ਯੂਰੋ ਹੈ ਐਂਡ ਮਿਨੀਮਮ ਵੇਜ ਰੇਟ ਵੀ 11 ਯੂਰੋ ਹੈ। ਸੋ ਸਟੂਡੈਂਟਸ ਅੱਛਾ ਹੈਗਾ ਉੱਥੇ। ਜੇ ਆਪਾਂ ਚੰਗੀ ਪੜ੍ਹਾਈ ਕਰਾਂਗੇ ਤਾਂ ਸੈਟਲਮੈਂਟ ਆਪਸ਼ਨਸ ਵੀ ਹੈਗੀਆਂ। ਜੋ ਤੁਸੀਂ ਜਰਮਨੀ ਜਾਂਦੇ ਹੋ ਇਹ ਨਾ ਸੋਚੋ ਕਿ ਸਿਰਫ ਆਪਾਂ ਜਰਮਨੀ ਜੋਗੇ ਰਹਿ ਗਏ। ਜਦੋਂ ਜਰਮਨੀ ਜਾਂਦੇ ਹੋ ਤਾਂ ਪੂਰਾ ਸ਼ੈਨਗਨ ਤੁਹਾਡੇ ਲਈ ਖੁੱਲ੍ਹਾ ਹੈ, ਨੀਦਰਲੈਂਡ ਤੁਹਾਡੇ ਲਈ ਖੁੱਲ੍ਹਾ ਹੈ, ਫਰਾਂਸ ਤੁਹਾਡੇ ਲਈ ਖੁੱਲ੍ਹਾ ਹੈ, ਇਟਲੀ ਜਿੰਨੇ ਜਾਣਾ ਇਟਲੀ ਤੁਹਾਡੇ ਲਈ ਖੁੱਲ੍ਹਾ ਹੈ, ਲੰਡਨ ਜਾਣਾ ਕੋਈ ਮੁਸ਼ਕਿਲ ਗੱਲ ਨਹੀਂ ਹੈਗੀ। ਸੋ ਸਾਰੇ ਹੀ ਕੰਟਰੀ ਖੁੱਲ੍ਹੇ ਆ, ਚਾਹੇ ਉਹ ਸਵਿਟਜ਼ਰਲੈਂਡ ਹੈ, ਚਾਹੇ ਉਹ ਆਸਟਰੀਆ ਹੈ, ਚਾਹੇ ਉਹ ਸਵੀਡਨ ਹੈ, ਫਿਨਲੈਂਡ ਹੈ। ਯੂ ਕੈਨ ਵਰਕ ਐਨੀਵੇਅਰ ਵੈਨ ਯੂ ਆਰ ਇਨ ਯੂਰਪ। ਸੋ ਸਟੂਡੈਂਟਸ ਇਹ ਸਾਰੇ ਫਾਇਦੇ ਤੁਹਾਡੇ ਰਹਿਣਗੇ। ਸੋ ਸਟੂਡੈਂਟਸ ਨੂੰ ਦੇਖਣਾ ਚਾਹੀਦਾ ਕਿ ਜਰਮਨੀ ਵੀ ਬਹੁਤ ਅੱਛੀ ਆਪਸ਼ਨ ਬਣ ਜਾਂਦੀ ਹੈ। ਜੀ ਬਿਲਕੁਲ। ਤਾਂ ਫਿਰ ਇੰਨੀ ਅੱਛੇ ਤੁਸੀਂ ਪੁਆਇੰਟਸ ਦੱਸੇ ਨੇ ਜਰਮਨੀ ਦੇ, ਤਾਂ ਜ਼ਰੂਰ ਮੈਂ ਚਾਹੂੰਗੀ ਕਿ ਰਿਕੁਆਇਰਮੈਂਟਸ ਔਰ ਇਨਟੇਕ ਬਾਰੇ ਵੀ ਦੱਸੋ ਤਾਂ ਕਿ ਸਟੂਡੈਂਟਸ ਅਗਰ ਚਾਹਣ ਤਾਂ ਉਹ ਅੱਗੇ ਪ੍ਰੋਸੈਸ ਕਰ ਸਕਣ। ਸੋ ਨੈਕਸਟ ਇਨਟੇਕ ਇਜ਼ ਸਪਟੈਂਬਰ ਇਨਟੇਕ। ਸੋ ਸਟੂਡੈਂਟਸ ਨੈਕਸਟ ਇਨਟੇਕ ਜਿਹੜਾ ਹੈਗਾ ਉਹ ਸਪਟੈਂਬਰ ਇਨਟੇਕ ਹੀ ਹੈਗਾ ਜਰਮਨੀ ਵਿੱਚ। ਐਂਡ BSBI ਕਾਲਜ ਹੈਗਾ ਜਿਹਦੇ 'ਚ ਰੋਲਿੰਗ ਇਨਟੇਕਸ ਵੀ ਹੈਗੇ, ਮਤਲਬ ਹਰ 2-2 ਮਹੀਨੇ ਬਾਅਦ ਵੀ ਉਹਨਾਂ ਦੇ ਇਨਟੇਕਸ ਹੈਗੇ। ਐਂਟਰੀ ਰਿਕੁਆਇਰਮੈਂਟ 5.5 ਬੈਂਡ, ਓਵਰਆਲ 5.5 ਬੈਂਡ, ਓਵਰਆਲ 6 ਬੈਂਡ, ਕੋਈ ਵੀ ਬੱਚਾ ਅਪਲਾਈ ਕਰ ਸਕਦਾ ਹੈ। ਔਰ ਜਿਹੜੀ ਅਸੀਂ ਕਹੀਏ ਕਿ ਪਰਸੈਂਟੇਜ ਰਿਕੁਆਇਰਮੈਂਟ ਇਜ਼ 50%, ਓਵਰਆਲ 50% ਵਾਲਾ ਬੱਚਾ ਵੀ ਅਪਲਾਈ ਕਰ ਸਕਦਾ ਹੈ। ਗੈਪ ਨੋ ਇਸ਼ੂ, ਚਾਹੇ ਜਿੰਨਾ ਮਰਜ਼ੀ ਗੈਪ ਹੈ ਤੁਹਾਡਾ ਗ੍ਰੈਜੂਏਸ਼ਨ ਤੋਂ ਬਾਅਦ
ਮਾਸਟਰਸ ਤੋਂ ਬਾਅਦ 12th ਤੋਂ ਬਾਅਦ ਕੋਈ ਐਡੀ ਵੱਡੀ ਪ੍ਰੋਬਲਮ ਨਹੀਂ ਹੈਗੀ ਹੈ, ਗੈਪ ਇਜ਼ ਐਕਸੈਪਟੇਬਲ। ਸੋ ਸਟੂਡੈਂਟਸ ਸੋ ਐਂਟਰੀ ਰਿਕੁਆਇਰਮੈਂਟ ਬੜੀ ਫਲੈਕਸੀਬਲ ਹੈ। ਸੇਮ ਹੀ ਐਂਟਰੀ ਰਿਕੁਆਇਰਮੈਂਟ ਜੇ ਅਸੀਂ ਗੱਲ ਕਰੀਏ ਚੇਂਜ ਕਰਦਾ ਮੈਂ ਇੱਥੋਂ ਤਾਂ ਕੈਨੇਡਾ ਦੀਆਂ ਵੀ ਹੈਗੀਆਂ, ਗੈਪ ਦਾ ਕੋਈ ਇਸ਼ੂ ਨਹੀਂ ਹੈਗਾ ਕੈਨੇਡਾ 'ਚ, ਕੋਈ ਗੈਪ ਦਾ ਇਸ਼ੂ ਨਹੀਂ ਹੈਗਾ। ਮੇਰੇ ਕੋਲ 45 ਸਾਲ ਦੇ ਬੰਦੇ ਦਾ ਵੀ ਐਸ ਇਨਟੇਕ 'ਚ ਵੀਜ਼ਾ ਹੈਗਾ। ਸੋ 45 ਸਾਲ ਦੀ ਏਜ ਯਾਨੀ ਕਿ ਉਹਦਾ ਬੇਟਾ ਵੀ 16-17 ਸਾਲ ਦਾ ਸੀ, ਉਸ ਬੰਦੇ ਦਾ ਵੀ ਵੀਜ਼ਾ ਹੈਗਾ ਕੈਨੇਡਾ ਦਾ। ਸੋ ਸਟੂਡੈਂਟਸ ਔਰ ਕੀ ਕਹਿੰਦੇ ਆ ਪੇਰੈਂਟਸ ਨੂੰ ਮੈਂ ਐਡਵਾਈਜ਼ ਕਰਾਂਗਾ ਕਿ ਕੈਨੇਡਾ ਤੋਂ ਫਲੈਕਸੀਬਲ ਓਵਰਆਲ ਦੇਖਿਆ ਜਾਏ ਤਾਂ ਕੋਈ ਵੀ ਕੰਟਰੀ ਨਹੀਂ ਹੈਗਾ। ਸੋ ਸਟੂਡੈਂਟਸ ਸਾਰੇ ਕੰਟਰੀ ਵਧੀਆ, ਕੋਈ ਕੰਟਰੀ ਮਾੜਾ ਨਹੀਂ ਹੈਗਾ। ਆਸਟ੍ਰੇਲੀਆ ਵੀ ਬਹੁਤ ਵਧੀਆ ਹੈ, ਯੂਕੇ ਵੀ ਬਹੁਤ ਵਧੀਆ, ਪਰ ਜੇ ਆਪਾਂ ਉਹਨਾਂ ਦੇ ਰੂਲਸ ਫੋਲੋ ਕਰਾਂਗੇ ਔਰ ਜੇ ਆਪਾਂ ਲੀਗਲ ਸਟੇਟਸ ਤੇ ਰਵਾਂਗੇ, ਜੇ ਆਪਾਂ ਇਲੀਗਲ ਹੋ ਗਏ ਜਾਂ ਉੱਥੇ ਜਾ ਕੇ ਕੋਈ ਗਲਤ ਕੰਮ ਕਰਾਂਗੇ ਜਾਂ ਆਪਾਂ ਉਹਨਾਂ ਦੇ ਰੂਲ ਫੋਲੋ ਨਹੀਂ ਕਰਾਂਗੇ, ਫਿਰ ਉਹ ਕੰਟਰੀ ਵਧੀਆ ਨਹੀਂ ਹੈਗਾ। ਕਿਉਂਕਿ ਸਾਡੇ ਕੋਲ ਡੇਲੀ ਕੁਐਰੀ ਆ ਰਹੀ ਹੈ ਯੂਕੇ ਤੋਂ ਕਿ ਸਰ ਮੈਂ ਇੱਥੇ ਬੈਚਲਰ ਡਿਗਰੀ ਕਰਨ ਆਇਆ ਸੀ ਪਰ ਮੈਂ ਪੜ੍ਹਾਈ ਛੱਡ ਚੁੱਕਿਆ, ਮੈਨੂੰ ਸਾਲ ਹੋ ਗਿਆ ਔਰ ਹੁਣ ਮੈਂ ਇਲੀਗਲ ਹਾਂ, ਮੈਨੂੰ ਕਿਸੇ ਤਰੀਕੇ ਕੈਨੇਡਾ ਦਾ ਵੀਜ਼ਾ ਲਵਾ ਦਿਓ, ਵਿਚ ਇਜ਼ ਨਾਟ ਐਟ ਆਲ ਪੋਸੀਬਲ। ਤੁਹਾਨੂੰ ਵਾਪਸ ਆਉਣਾ ਪਏਗਾ ਇੰਡੀਆ, ਤੁਹਾਨੂੰ ਫਿਰ ਦੁਬਾਰਾ ਆਈਲੈਟਸ ਕਰਨੀ ਪਊਗੀ ਔਰ ਫਿਰ ਤੁਸੀਂ ਕੈਨੇਡਾ ਦਾ ਵੀਜ਼ਾ ਲਾ ਸਕਦੇ ਹੋ। ਸੋ ਇਸ ਸਿਚੁਏਸ਼ਨ 'ਚ ਨਾ ਫਸੀ ਆਪਾਂ। ਤੁਸੀਂ ਯੂਕੇ ਬਹੁਤ ਵਧੀਆ ਕੰਟਰੀ ਅੱਜ ਦੀ ਡੇਟ 'ਚ ਐਕਸੈਪਟੇਬਿਲਟੀ ਹੈਗੀ ਇੰਡੀਅਨਸ ਨੂੰ ਲੈ ਕੇ ਜਾ ਰਹੇ ਆ, ਉਹਨਾਂ ਦੀ ਇਕੋਨਮੀ ਡਿਪੈਂਡੈਂਟ ਹੈਗੀ। ਉਹਨਾਂ ਦੇ ਪਾਰਲੀਮੈਂਟ 'ਚ ਵੀ ਅਨਾਊਂਸ ਹੋਇਆ ਕਿ ਬੱਚਿਆਂ ਨੂੰ ਹੋਰ ਬੁਲਾਉਣਾ ਚਾਹੀਦਾ, ਬਟ ਆਪਣੇ ਬੱਚੇ ਜੇ ਉੱਥੇ ਜਾ ਕੇ ਕੀ ਕਹਿੰਦੇ ਪੜ੍ਹਾਈ ਛੱਡ ਦੇਣਗੇ ਫਿਰ ਸਹੀ ਨਹੀਂ ਹੈਗਾ। ਸੋ ਬਹੁਤ ਸਾਰੀ ਜਾਣਕਾਰੀ ਸ਼ੋਅ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ, ਪਰ ਨਾਲ ਹੀ ਤੁਹਾਨੂੰ ਉਹਨਾਂ ਸਟੂਡੈਂਟਸ ਨਾਲ ਵੀ ਮਿਲਵਾਉਂਦੇ ਆ ਜਿਨ੍ਹਾਂ ਨੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਆਪਣੀ ਫਾਈਲ ਪ੍ਰੋਸੈਸ ਕਰਵਾਈ ਸੀ ਤੇ ਉਹਨਾਂ ਦੇ ਵੀਜ਼ਾ ਆ ਚੁੱਕੇ ਨੇ। ਕਿਵੇਂ ਦਾ ਰਿਹਾ ਉਹਨਾਂ ਦਾ ਐਕਸਪੀਰੀਅੰਸ, ਜਾਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। सो कॉन्ग्रेचुलेशंस भवनीत, आप काफी खुश दिख रहे हैं। तो फाइनली अब आपका वीजा जब स्टैम्प हो रहा है तो कैसा फील कर रहे हो आप? बहुत ही अच्छा फील हो रहा है, मतलब एक्सप्रेस नहीं कर सकती कि कैसा फील हो रहा है। सो पहली बहुत बार अच्छा। वीजा है नो तब भी तो क्या रीजन रहा था, पहले क्यों नहीं वीजा? बस पता नहीं किस चीज में प्रॉब्लम रह रही थी, बट मैं ट्राई कर रही थी भी आज रिफ्यूजल थे आपके? 3 लगा लो, 3 थे। 3 टाइम्स आपका पहले रिफ्यूजल था, तो ये 4th टाइम में आपका यस, वीजा 4th है। टाइम में है। पहले रिफ्यूजल कहीं और से थे? एक्चुअली 1 टाइम कहीं और से, फिर यहाँ से फिर आपका फाइनली फाइनली ट्रस्ट रखा मुझे। मैम ने बहुत किया भी, आप ट्रस्ट रखो, हिम्मत नहीं हारनी, भी आएगा आएगा आएगा। बहुत उन्होंने मुझे किया, मोटिवेट बहुत मोटिवेट किया। सो फाइनली आ गया। कौन से कॉलेज में जा रहे हैं आप? एल्गोमा यूनिवर्सिटी है, कोर्स प्रोजेक्ट मैनेजमेंट किया। क्या हुआ है आपने? मैंने MSc in physics then B.Ed। ओके, हाँ जी। एंड कौन सी ईयर पास आउट हैं आप? MSc pass out in 2018 and B.Ed in 2020। ओके, एंड उसके बाद काम करते थे कुछ? हाँ, यस, एक्सपीरियंस है। यस, हाँ, दैट्स ग्रेट, कांग्रेचुलेशंस। थैंक यू सो मच। एक चीज और बताइए हमारे स्टूडेंट्स को कि आईएलटीएस में बैंड स्कोर कितना था? आईएलटीएस में मेरा बैंड स्कोर था 6.5, 7,666। अच्छा था, तो सब कुछ प्रोफाइल अच्छी सब थी, कुछ अच्छा था। मुझे नहीं पता किस में प्रॉब्लम रह रही थी, मतलब ईच एंड एवरीथिंग अच्छा था। बस चलो दैट्स हाँ जी, हाँ वीजा जी। आ गया, Yes. वो जर्नी अब आप भूल जाओगे हाँ जी। जो थोड़ी डिफिकल्ट रही, बट Yes, फाइनली yes, जब yes, वीजा yes, आया मोटिवेशन के साथ, Yes, तो yes, that yes. is great, congratulations। Thank you. हेलो एवरीबॉडी, दिस इज सुरभि फ्रॉम लैंडमार्क इमिग्रेशन एंड आज हमारे साथ हैं गुरदीप सिंह का वीजा आया है, विजिटर वीज़ा स्टैम्प होकर आया है, वो भी उनके फ्रेंड के रेस्टोरेंट की ओपनिंग थी एंड ये अभी उनको विजिट करने जा रहे हैं। सो कॉन्ग्रेचुलेशन गुरदीप, कैसा फील कर रहे हो आप? थैंक यू मैम। सो कैसी रही सर्विसेज, कब आए आप लैंडमार्क? ਲੈਂਡਮਾਰਕ ਦੀ ਸਰਵਿਸ ਬਹੁਤ ਵਧੀਆ ਹੈ ਜੀ। ਮੇਰਾ 10 ਦਿਨ ਦੇ ਵਿੱਚ ਵੀਜ਼ਾ ਆ ਗਿਆ। ਮੇਰੇ ਫਰੈਂਡ ਨੇ ਮੈਨੂੰ ਇਨਵੀਟੇਸ਼ਨ ਭੇਜਿਆ ਸੀ ਔਰ ਬਹੁਤ ਵਧੀਆ ਗਾਈਡ ਕਰਦੇ ਆ। ਸਿਰਫ 10 ਦਿਨ ਚ ਤੁਹਾਡਾ ਵੀਜ਼ਾ ਆਇਆ ਹੈ? 10 ਦਿਨ ਇੰਨਾ ਕੁਇਕ? ਤੁਹਾਨੂੰ ਉਮੀਦ ਸੀ ਕਿ ਇੰਨੀ ਜਲਦੀ ਵੀਜ਼ਾ ਆ ਜਾਏਗਾ? ਬਿਕਾਜ਼ ਕੈਨੇਡਾ ਦਾ ਉਹ ਵੀ ਵਿਜ਼ਿਟਰ ਵੀਜ਼ਾ, ਪਹਿਲਾਂ ਤਾਂ ਇਹ ਉਮੀਦ ਸੀ ਕਿ ਮੇਰਾ ਵੀਜ਼ਾ ਪੱਕਾ ਆਏਗਾ ਵੀ ਜਾਂ ਨਹੀਂ? ਨਹੀਂ, ਮੈਨੂੰ ਕੋਈ ਉਮੀਦ ਨਹੀਂ ਸੀਗੀ, ਵੈਸੇ ਮੈਂ ਅਪਲਾਈ ਕੀਤਾ ਸੀ। ਜਨਰਲੀ ਤੁਸੀਂ ਅਪਲਾਈ ਕਰਤਾ ਤੇ ਵੀਜ਼ਾ ਵੀ ਆ ਗਿਆ, 10 ਦਿਨ ਚ ਵੀਜ਼ਾ ਆ ਗਿਆ। ਤੁਹਾਨੂੰ ਕੋਈ ਇੱਕ ਚੀਜ਼ ਤੁਸੀਂ ਦੱਸ ਸਕੋ ਇਨਸੀਡੈਂਟ ਕਿ ਤੁਹਾਨੂੰ ਬਹੁਤ ਮਦਦ ਮਿਲੀ ਹੋਏ ਡਾਕੂਮੈਂਟੇਸ਼ਨ ਦੇ ਟਾਈਮ ਜਾਂ ਜਦੋਂ ਵੀ ਤੁਸੀਂ ਆਏ, ਤੁਹਾਨੂੰ ਕਿੱਦਾਂ ਦੀ ਗਾਈਡੈਂਸ ਮਿਲੀ ਲੈਂਡਮਾਰਕ ਤੋਂ? ਨਹੀਂ, ਬਹੁਤ ਵਧੀਆ। ਪਹਿਲਾਂ ਜੇ ਮੇਰੀ ਫਾਈਲ ਵੀਕ ਵੀ ਸੀਗੀ, ਇਹਨਾਂ ਨੇ 1 ਮਹੀਨਾ ਮੇਰੀ ਵੇਟ ਕਰਾਈ, ਫਿਰ ਮੇਰੀ ਫਾਈਲ ਤਿਆਰ ਕਰਨ ਤੋਂ ਬਾਅਦ ਹੀ ਫਿਰ ਵੀਜ਼ਾ ਅਪਲਾਈ ਕੀਤਾ। ਬਹੁਤ ਵਧੀਆ। ਚਲੋ ਵਿਦਿਨ 1 ਮੰਥ 10 ਡੇਜ਼ ਤੁਹਾਨੂੰ ਤੁਹਾਡਾ ਵੀਜ਼ਾ ਮਿਲ ਗਿਆ, ਜੋ ਵੀ ਤੁਸੀਂ ਆਪਣਾ ਸਫ਼ਰ ਹੈ ਹੁਣ ਤੁਸੀਂ ਸ਼ੁਰੂ ਕਰੋਗੇ। ਜੀ ਬਹੁਤ ਵਧੀਆ, ਕੰਗ੍ਰੈਚੁਲੇਸ਼ਨਸ। ਥੈਂਕ ਯੂ। ਸੋ ਬਹੁਤ ਬਹੁਤ ਥੈਂਕਸ ਤੁਹਾਡਾ ਕਿ ਤੁਸੀਂ ਪੂਰੀ ਜਾਣਕਾਰੀ ਜੋ ਹੈ ਸਾਡੇ ਸਟੂਡੈਂਟਸ ਨਾਲ, ਦਰਸ਼ਕਾਂ ਨਾਲ ਸ਼ੇਅਰ ਕੀਤੀ ਹੈ। ਅੱਗੋਂ ਵੀ ਤੁਹਾਡੇ ਲਈ ਇਸੇ ਤਰ੍ਹਾਂ ਹੋਰ ਇਨਫੋਰਮੇਟਿਵ ਸ਼ੋਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਧੰਨਵਾਦ।